ਹੈਲੋ एवरीवन, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਭ ਦਾ ਸਕਸੈਸ ਟਰੀ ਪੰਜਾਬ ਦੇ YouTube ਪਲੇਟਫਾਰਮ ਤੇ ਬਹੁਤ-ਬਹੁਤ ਸਵਾਗਤ। ਮਾਈ ਸੈਲਫ ਯਸ਼ਵਿਨੀ। ਜਿਹੜਾ ਆਪਣਾ ਅੱਜ ਦਾ ਸੈਸ਼ਨ ਹੋਊਗਾ ਉਹ ਰਹੂਗਾ ਰਿਗਾਰਡਿੰਗ CDP, ਜਿਹੜੀ ਆਪਾਂ CDP ਦੀਆਂ ਸੀਰੀਜ਼ ਕੰਟੀਨਿਊ ਕਰ ਰਹੇ ਸੀ, ਵੈਦਰ ਫॉर ਪੇਪਰ 1 ਔਰ ਫॉर ਪੇਪਰ 2, ਜਾਂ ਫਿਰ PS ਟੈਟ ਦੇ ਵਿੱਚ ਪੇਪਰ 1 ਦੇ ਵਿੱਚ ਤੁਸੀਂ ਅਪੀਅਰ ਹੋ ਰਹੇ ਹੋ ਜਾਂ ਫਿਰ 2 ਦੇ ਵਿੱਚ ਅਪੀਅਰ ਹੋ ਰਹੇ ਹੋ। CDP ਦਾ ਸੇਮ ਰਹੂਗਾ ਕਿ 3 ਨੰਬਰਾਂ ਦੀ CDP ਆਊਗੀ। ਠੀਕ, ਤਾਂ ਫਿਰ ਆਪਾਂ ਜਿਹੜੇ ਸੈਸ਼ਨ ਹੈ ਉਹ ਕੰਟੀਨਿਊ ਕਰਦੇ ਹਾਂ ਅੱਜ ਦਾ। आई होप तुसी सारे वधिया होवोगे। तो सैशन स्टार्ट कर दें। ठीक, देखो पहला क्वेश्चन थोड़े अगे ये इनकलूसिव एजुकेशन से पूछा सी। ठीक है, मैं बहुत ज़्यादा क्वेश्चन ये लैके आनी क्योंकि बहुत इंपॉर्टेंट टॉपिक है ये। ठीक है, 5 या 6 क्वेश्चन अगर आप देखते हैं घुमा के या फिर स्टेटमेंट बेस्ड क्वेश्चन ने वो इनकलूसिव एजुकेशन लैके देखने को मिलते हैं। ठीक है, तो स्टार्ट करते हैं। इनकलूसिव एजुकेशन रैफर्स टू, ਹੁਣ ਜਿਹੜੀ ਇਨਕਲੂਸਿਵ ਐਜੂਕੇਸ਼ਨ ਹੈ ਉਹਦਾ ਮਤਲਬ ਕੀ ਹੋਇਆ, ਕਿਹੜੀ ਚੀਜ਼ ਤੁਹਾਨੂੰ ਆਪਸ਼ਨ ਲੱਗ ਰਹੀ ਹੈ ਯਾਰ? 4 ਆਪਸ਼ਨਸ ਨੇ ਤੁਹਾਡੇ ਅੱਗੇ, ਦੱਸੋ ਕੀ ਲੱਗਦਾ ਤੁਹਾਨੂੰ? ਪ੍ਰੋਵਾਈਡਿੰਗ ਐਜੂਕੇਸ਼ਨ ਐਕਸਕਲੂਸਿਵਲੀ ਫॉर ਸਟੂਡੈਂਟਸ। ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਨਾ ਕਿ ਐਕਸਕਲੂਸਿਵਲੀ ਵਰਡ ਹੈ ਨਾ ਜਿਹੜਾ, ਇਹ ਨੈਗੇਟਿਵ ਵਰਡ ਹੈ। ਵੇਟ ਅ ਮਿੰਟ, हाँ नैगेटिव वर्ड है एक्सक्लूसिवली, तो फिर ਉਹਦਾ ਮਤਲਬ ਤਾਂ ਹੋ ਗਿਆ ਕਿ ਐਕਸਕਲੂਡ ਕਰ ਦੇਣਾ, ਬਾਹਰ ਕੱਢ ਦੇਣਾ। ਠੀਕ ਹੈ, ਬਟ ਉਹ ਚੀਜ਼ ਤਾਂ ਇਨਕਲੂਸਿਵ ਐਜੂਕੇਸ਼ਨ ਕਦੇ ਕਰਦੀ ਨਹੀਂ। ਤਾਂ ਇਨਕਲੂਸਿਵ ਐਜੂਕੇਸ਼ਨ ਦਾ ਮਤਲਬ ਕੀ ਹੋਇਆ? ਇਨਕਲੂਸਿਵ ਐਜੂਕੇਸ਼ਨ ਦਾ ਮਤਲਬ ਹੁੰਦਾ ਹੈ ਉਹ ਵਾਲੀ ਐਜੂਕੇਸ਼ਨ ਜਿਹੜੀ ਸਭ ਨੂੰ ਇਨਕਲੂਡ ਕਰਕੇ ਚੱਲਦੀ ਹੈ। ਠੀਕ ਹੈ, ਕਿਸੇ ਨੂੰ ਐਕਸਕਲੂਡ ਨਹੀਂ ਕਰਦੀ ਕੋਈ ਵੀ। ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ ਕਿ ਡਾਈਵਰਸ ਬੈਕਗਰਾਊਂਡ ਦੇ ਬੱਚੇ ਨੇ, ਜਿਹੜੇ ਅਲੱਗ-ਅਲੱਗ ਬੈਕਗਰਾਊਂਡ ਦੇ ਬੱਚੇ ਤੁਹਾਡੀ ਕਲਾਸ ਦੇ ਵਿੱਚ ਆਉਂਦੇ ਨੇ। ठीक है, मतलब एक टीचर की क्लास ਦੇ ਵਿੱਚ ਤਾਂ ਉਹਨਾਂ ਨੇ ਸਭ ਦੀ ਨੀਡਸ ਨੂੰ ਦੇਖਣਾ ਹੁੰਦਾ। ਠੀਕ ਹੈ, ਡਾਈਵਰਸ ਨੀਡਸ ਹੋਣਗੀਆਂ, ਅਲੱਗ-ਅਲੱਗ ਬੈਕਗਰਾਊਂਡ ਤੋਂ ਬੱਚੇ ਆਣਗੇ, ਤਾਂ ਸਭ ਦੀ ਨੀਡਸ ਨੂੰ ਦੇਖਣਾ ਹੋਊਗਾ। ਠੀਕ ਹੈ, ਆਪਣੇ ਟੀਚਿੰਗ ਏਡਸ ਕਿੱਦਾਂ ਰੱਖਣੇ ਨੇ, ਕਿ ਕਿਸੇ ਬੱਚੇ ਨੂੰ ਕਿਸ ਤਰੀਕੇ ਨਾਲ ਸਮਝ ਆਉਂਦਾ, ਤਾਂ ਆਪਣੇ ਮੈਥਡਸ ਵੀ ਟੀਚਰ ਇੱਕ ਚੇਂਜ ਕਰੂਗਾ, ਤਾਂ ਫਿਰ ਉਹ ਇਨਕਲੂਸਿਵਲੀ ਹੋ ਗਿਆ। ਤਾਂ ਬਿਲਕੁਲ ਹੀ ਨੈਗੇਟਿਵ ਆਪਸ਼ਨ ਹੋਗੀ। ਬਚੋ ਜਿੰਨਾ ਬਚਿਆ ਜਾਂਦਾ ਨੈਗੇਟਿਵ ਆਪਸ਼ਨ ਚੋਂ। ਠੀਕ ਹੈ, ऑफरिंग एजुकेशन इज स्पैशलाइज्ड स्कूल फॉर गिफ्टेड स्टूडेंट्स। कहते हुण जिहड़ी ऑफरिंग एजुकेशन है, ठीक है, मतलब एजुकेशन नूं ऑफर करना स्पैशलाइज्ड स्कूल दे विच, मतलब अलग तो स्पैशलाइज्ड स्कूल बना दो। ऐदा नहीं कि एक दे विच एडजस्टमेंट करो। ये बोल रहे ने कि अलग तो स्पैशल स्कूल बना दो। देख लैंदे आ, वैसे ऑप्शन नहीं है होनी नहीं चाहिए। इंश्योरिंग इक्वल एक्सैस टू एजुकेशन फॉर ऑल स्टूडेंट इंक्लूडिंग देयर विद डिसेबिलिटीज। ये बिल्कुल ठीक ऑप्शन है, वही आंसर है जो कि पूछा गया। ये चीज़ बोल रहे हैं कि कहते ਇੱਦਾਂ ਦੇਖੋ ਕਿ ਸਾਰੇ ਸਟੂਡੈਂਟਸ ਨੂੰ, ਠੀਕ ਹੈ, ਚਾਹੇ ਉਹ ਕੋਈ ਵੀ ਡਿਸੇਬਲਡ ਸਟੂਡੈਂਟਸ ਨੇ, ਸਾਰਿਆਂ ਨੂੰ ਇਕੁਅਲ ਓਪਰਚੁਨਿਟੀਜ਼ ਦਿਓ। ਇੱਕੋ ਹੀ ਸਿਸਟਮ ਇੱਦਾਂ ਦਾ ਸੈੱਟ ਕਰੋ ਜਿਹੜਾ ਸਭ ਨੂੰ ਇਨਕਲੂਡ ਕਰ ਲੇ। ਸਭ ਨੂੰ ਇਨਕਲੂਡ ਕਰ ਲੇ ਤਾਂ ਇਨਕਲੂਸਿਵ ਹੋਇਆ। ਉਹੀ ਸਹੀ ਆਂਸਰ ਹੈ, ਉਹੀ ਪੁੱਛਿਆ ਸੀ ਆਪਸ਼ਨ। ਅੱਗੇ, ਪ੍ਰਮੋਟਿੰਗ ਕੰਪੀਟੀਸ਼ਨ ਐਂਡ ਸਿਲੈਕਟਿਵ ਐਡਮਿਸ਼ਨਸ ਇਨ ਸਕੂਲ। ਕਹਿੰਦੇ ਕਿ ਤੁਸੀਂ ਕੰਪੀਟੀਸ਼ਨ ਨੂੰ ਪ੍ਰਮੋਟ ਕਰੋ ਤੇ ਐਡਮਿਸ਼ਨਸ ਵਗੈਰਾ ਨੂੰ ਸਕੂਲ ਦੇ ਵਿੱਚ। ਇਹ ਤਾਂ ਚੀਜ਼ ਗਲਤ ਹੈ। ਕੰਪੀਟੀਸ਼ਨ ਇਹ ਚੀਜ਼ ਨੂੰ ਤਾਂ ਆਪਾਂ ਇਨਕਲੂਡ ਕਰਨਾ ਹੀ ਨਹੀਂ, ਇਹਨੂੰ ਤਾਂ ਆਪਾਂ ਪ੍ਰਮੋਟ ਕਰਨਾ ਹੀ ਨਹੀਂ। ਇਹ ਤੋਂ ਤਾਂ ਆਪਾਂ ਬਚਣਾ ਹੈ ਨਾ, ਕਿਉਂਕਿ ਤੁਹਾਨੂੰ ਮੈਂ ਕੁਝ ਟਰਮਸ ਦੱਸੀਆਂ ਹੋਈਆਂ ਨੇ। ਠੀਕ ਹੈ, ਕੰਪੀਟੀਸ਼ਨ ਹੋ ਗਿਆ, ਲੇਬਲਿੰਗ ਹੋ ਗਈ, ਤੇ ਰੈਂਕਿੰਗ ਹੋ ਗਈ, ਐਕਸਕਲੂਸਿਵ ਐਜੂਕੇਸ਼ਨ, ਰੋਟ ਮੈਮੋਰਾਈਜੇਸ਼ਨ। ਇਹ ਜਿਹੜੇ ਸਾਰੇ ਦੇ ਸਾਰੇ ਵਰਡਸ ਨੇ ਨਾ, ਇਹ ਨੈਗੇਟਿਵ ਵਰਡ ਨੇ। ਜਿੱਥੇ ਵੀ ਤੁਹਾਨੂੰ ਨੈਗੇਟਿਵ ਵਰਡਸ ਦਿਖ ਗਏ ਤਾਂ ਸੋ ਅਵੋਇਡ ਦੈਮ, ਉਹਨਾਂ ਨੂੰ ਅਵੋਇਡ ਕਰੋ। ਠੀਕ ਹੈ, ਤਾਂ ਇਹਦਾ ਆਂਸਰ ਹੋ ਜਾਊਗਾ ਵਿਦਆਊਟ ਐਨੀ ਡਾਊਟ ਸੀ। ਚੱਲਦੇ ਅਗਲੇ ਕੁਐਸਚਨ ਤੇ। द कंसैप्ट ऑफ इंक्लूजन ऑफ बेस्ड अपॉन, मतलब ਜਿਹੜਾ ਇਨਕਲੂਜ਼ਨ ਦਾ ਕਨਸੈਪਟ ਹੈ, ਠੀਕ ਹੈ, ਉਹ ਕਿਹੜੀ ਚੀਜ਼ ਦੇ ਉੱਪਰ ਬੇਸਡ ਹੈ? ਤੁਹਾਡੇ ਸਾਹਮਣੇ 4 ਆਪਸ਼ਨਸ ਨੇ। ਇਕੁਐਲਿਟੀ ਐਂਡ ਸੋਸ਼ਲ ਜਸਟਿਸ, ਜਲਦੀ ਦੱਸੋ। इक्वालिटी एंड सोशल जस्टिस होगा। सिलेक्टिव एंड एक्सक्लूसिविटी। जब हमने बोल दिया ये नहीं आएगा तो नहीं आएगा, गलत हो गया, नहीं करना चूज है। कंपटीशन तो बाद ऑप्शन देख रहे हो कितनी नैगेटिव मतलब हैगी ने, कंपटीशन, एक्सक्लूसिविटी। ठीक है, तो सैग्रीगेशन, तो ਇਹਦਾ ਜਿਹੜਾ ਆਨਸਰ ਹੋਊਗਾ ਉਹ ਇਹ ਹੋਊਗਾ ਵਿਦਆਊਟ ਐਨੀ ਡਾਊਟ। ਉਹੀ ਗੱਲ ਹੋਗੀ, ਸੈਗਰੀਗੇਸ਼ਨ ਮਤਲਬ ਸੈਗਰੀਗੇਟ ਕਰ ਦੇਣਾ। ਠੀਕ ਹੈ, ਤੁਸੀਂ ਪਤਾ ਕੀ ਚੀਜ਼ ਹੈ, ਕੰਪੀਟੀਸ਼ਨ ਐਟ ਦਾ ਐਂਡ ਵਿਲ ਲੀਡ ਟੂ ਰੈਂਕਿੰਗ। ਮਤਲਬ ਕੰਪੀਟੀਸ਼ਨ ਕਿਤੇ ਨਾ ਕਿਤੇ ਇਹ ਚੀਜ਼ ਕਰਨੀ ਜਾਊਗਾ, ਕਿਉਂਕਿ ਤੁਸੀਂ ਜਦੋਂ ਕੀ ਕਰਦੇ ਹੋ, ਇੱਕ ਲੇਬਲ ਕਰਤਾ, ਜਾਂ ਇੱਕ ਸਪੋਜ਼ ਸਿੰਪਲ ਐਗਜ਼ਾਮਪਲ ਲਈਏ, ਕਲਾਸ ਦੇ ਵਿੱਚ ਬੱਚੇ ਨੇ ਕਾਫੀ ਸਾਰੇ, ਤੁਸੀਂ ਉਹਨਾਂ ਨੂੰ ਕਹਿਤਾ ਕਿ ਨਹੀਂ ਤੁਹਾਨੂੰ ਜ਼ਿਆਦਾ ਆਉਂਦਾ ਹੈ ਜਾਂ ਤੁਹਾਡੀ ਐਬਿਲਿਟੀ ਹਾਈ ਹੈ, ਠੀਕ ਹੈ, ਤੁਹਾਨੂੰ ਨਹੀਂ ਆਉਂਦਾ ਕੁਛ ਵੀ, ਜਾਂ ਤੁਸੀਂ ਨਲਾਇਕ ਹੋ, ਕੁਛ ਵੀ ਵਰਡ ਯੂਜ਼ ਕਰਤਾ, ਲੋ ਐਬਿਲਿਟੀ ਹੈ ਤੁਹਾਡੀ, ਤੁਹਾਨੂੰ ਨਹੀਂ ਸਮਝ ਆਉਂਦੀਆਂ ਚੀਜ਼ਾਂ, ਤਾਂ ਉੱਥੇ ਕੀ ਕਰਤਾ ਇੱਕ ਮਤਲਬ, ਜਾਂ ਫਿਰ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਕ੍ਰੀਏਟ ਕਰਤੀ ਜਿਹਨੂੰ ਆਪਾਂ ਕੰਪੀਟੀਟਿਵ ਸਪਿਰਿਟ ਕਹਿੰਦੇ ਹਾਂ, ਕਿ ਵੀ ਤੁਹਾਨੂੰ ਨਹੀਂ ਆ ਰਿਹਾ, ਉਹਨਾਂ ਦੇ ਬਰਾਬਰ ਦੇ ਬਣੋ।
ਠੀਕ ਹੈ, ਉਹਨਾਂ ਨੂੰ ਜਲਦੀ ਸਮਝ ਆ ਰਿਹਾ, ਉਹਨਾਂ ਦੇ ਬਰਾਬਰ ਦੇ ਬਣੋ ਤੁਸੀਂ, ਤਾਂ ਉਹ ਕੰਪੀਟੀਟਿਵ ਸਪਿਰਿਟ ਹੋ ਗਈ, ਤਾਂ ਉਹ ਚੀਜ਼ ਗਲਤ ਨਹੀਂ ਹੈਗੀ। ਉਹਦੇ ਨਾਲ ਇੱਕ ਤੁਸੀਂ ਰੈਂਕ ਨਹੀਂ ਕਰ ਰਹੇ, ਗਰੁੱਪਿੰਗ ਨਹੀਂ ਕਰ ਰਹੇ, ਤਾਂ ਐਟ ਦਾ ਐਂਡ ਇਹ ਸਾਰੀ ਚੀਜ਼ਾਂ ਨੈਗੇਟਿਵ ਵਾਲੀ ਜਾਣਗੀਆਂ, ਤਾਂ ਇਹਨੂੰ ਅਵੋਇਡ ਹੀ ਆਪਾਂ ਕਰਨਾ ਹੈ। ਤਾਂ ਫਿਰ ਬਚੀ ਆਪਸ਼ਨ ਕਿਹੜੀ? ਇਕੁਐਲਿਟੀ ਐਂਡ ਹਾਂ, ਬਚੀ ਆਪਸ਼ਨ ਕਿਹੜੀ? ਇਕੁਐਲਿਟੀ ਐਂਡ ਸੋਸ਼ਲ ਜਸਟਿਸ। ਤਾਂ ਇਹ ਜਿਹੜੀ ਆਪਸ਼ਨ ਹੈ ਇਹ ਬਿਲਕੁਲ ਠੀਕ ਹੈ ਕਿ ਹਾਂ ਸਭ ਨੂੰ ਇਕੁਐਲਿਟੀ ਦੇਣਾ, ਠੀਕ ਹੈ, ਤੇ ਇਹੀ ਹੈ ਕਿ ਸਭ ਨੂੰ ਇਕੁਅਲ, ਜਿਹੜੀ ਮੈਂ ਗੱਲ ਕਰਾਂ ਚੀਜ਼ ਇਕੁਐਲਿਟੀ ਹੋਣੀ ਚਾਹੀਦੀ ਹੈ ਤੇ ਸੋਸ਼ਲ ਜਸਟਿਸ ਹੋਣਾ ਚਾਹੀਦਾ ਹੈ, ਇਹੀ ਬਿਲਕੁਲ ਠੀਕ ਹੈ ਜਿਹੜਾ ਪੁੱਛਿਆ ਸੀ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਅਸਿਸਟਿਵ ਟੈਕਨੋਲੋਜੀ ਇਨ ਇਨਕਲੂਸਿਵ ਕਲਾਸਰੂਮ ਰੈਫਰਸ ਟੂ। ਹੁਣ ਅਸਿਸਟਿਵ ਮਤਲਬ ਕੀ ਹੁੰਦਾ ਹੈ? ਅਸਿਸਟ ਕਰਨਾ, ਕਿਸੇ ਨੂੰ ਹੈਲਪ ਕਰਨੀ, ਸਿੰਪਲ, ਤੁਹਾਨੂੰ ਸਮਝ ਆ ਹੀ ਰਿਹਾ ਹੋਊਗਾ। ਤਾਂ ਫਿਰ ਇੱਕ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਕਹਿੰਦੇ ਕਿਹੜੀ ਚੀਜ਼ ਨੂੰ ਰੈਫਰ ਕਰਦੀ ਹੈ? ਮਤਲਬ 4 ਆਪਸ਼ਨਸ ਨੇ, ਚਾਰਾਂ ਵਿੱਚੋਂ ਤੁਹਾਨੂੰ ਕੀ ਲੱਗ ਰਿਹਾ ਵੀ ਅਸਿਸਟਿਵ ਟੈਕਨੋਲੋਜੀ ਕਿਹੜੀ ਚੀਜ਼ ਵੱਲ ਜਾਊਗੀ? ਠੀਕ ਹੈ, ਸਪੈਸ਼ਲਾਈਜ਼ਡ ਡਿਵਾਈਸਿਸ ਐਂਡ ਟੂਲਸ ਦੈਟ ਸਪੋਰਟ ਸਟੂਡੈਂਟ ਵਿਦ ਡਿਸੇਬਿਲਿਟੀ। ਠੀਕ ਹੈ, ਕੋਈ ਐਦਾਂ ਦੇ ਟੂਲਸ ਹੋ ਗਏ ਜਾਂ ਸਪੈਸ਼ਲ ਡਿਵਾਈਸ ਹੋ ਗਏ ਜਿਹੜੇ ਡਿਸੇਬਿਲਿਟੀ ਵਾਲੇ ਬੱਚਿਆਂ ਨੂੰ ਸਪੋਰਟ ਕਰ ਰਹੇ। ਐਡਵਾਂਸਡ ਟੈਕਨੋਲੋਜੀ ਅਵੇਲੇਬਲ ਓਨਲੀ ਟੂ ਅਕੈਡਮਿਕਲੀ ਗਿਫਟਡ ਸਟੂਡੈਂਟਸ। ਕਹਿੰਦੇ ਐਡਵਾਂਸ ਟੈਕਨੋਲੋਜੀ ਹੋਵੇ ਸਿਰਫ ਅਕੈਡਮਿਕਲੀ ਗਿਫਟਡ ਸਟੂਡੈਂਟਸ ਨੂੰ ਓਨਲੀ। ਗਲਤ। ਟੈਕਨੋਲੋਜੀ ਦੈਟ ਰਿਪਲੇਸ ਦ ਰੋਲ ਆਫ ਟੀਚਰ ਇਨ ਇੰਸਟਰਕਸ਼ਨ, ਇਹ ਤਾਂ ਬਿਲਕੁਲ ਹੀ ਨੈਗੇਟਿਵ ਹੋ ਗਿਆ। ਕਹਿੰਦੇ ਵੀ ਜਿਹੜੀ ਟੈਕਨੋਲੋਜੀ ਹੈ ਨਾ ਉਹਨੂੰ ਟੀਚਰ ਦੀ ਜਗ੍ਹਾ ਤੇ ਰਿਪਲੇਸ ਹੀ ਕਰ ਦਿਓ, ਤਾਂ ਟੀਚਰਸ ਦੀ ਤਾਂ ਲੋੜ ਨਹੀਂ ਹੋਈ। ਮਤਲਬ ਇਹ ਆਪਸ਼ਨ ਦੇ ਅਕੋਰਡਿੰਗਲੀ ਟੀਚਰਸ ਦਾ ਰੋਲ ਤਾਂ ਬਿਲਕੁਲ ਹੀ ਖਤਮ ਕਰਤਾ ਕਿ ਟੀਚਰਸ ਦੀ ਜਗ੍ਹਾ ਤੇ ਟੈਕਨੋਲੋਜੀ ਲੈ ਆਓ। ਗਲਤ ਹੈ ਇਹ, ਠੀਕ ਹੈ, ਬਿਲਕੁਲ ਗਲਤ ਹੋ ਗਿਆ। ਤਾਂ ਫਿਰ ਆਨਸਰ ਇਹਦਾ ਕੀ ਆਊਗਾ? ਏ ਆਪਸ਼ਨ। ਏ ਆਪਸ਼ਨ ਬਿਲਕੁਲ ਠੀਕ ਹੈ। ਸਪੈਸ਼ਲਾਈਜ਼ਡ ਡਿਵਾਈਸ ਤੇ ਟੂਲ ਐਦਾਂ ਦੇ ਲੈ ਆਓ ਜਿਹੜੇ ਹੈਲਪ ਕਰਨ ਡਿਸੇਬਿਲਿਟੀਜ਼ ਵਾਲੇ ਬੱਚਿਆਂ ਨੂੰ, ਹੈ ਨਾ, ਕਿਉਂਕਿ ਆਪਾਂ ਆ ਤਾਂ ਕਰ ਨਹੀਂ ਸਕਦੇ ਓਨਲੀ ਸਿਰਫ ਇਹਨਾਂ ਨੂੰ ਹੀ। ਕਿਉਂ ਬਈ? ਗਲਤ ਹੈ, ਠੀਕ ਹੈ, ਇਹ ਵੀ ਗਲਤ ਆ ਗਿਆ। ਤਾਂ ਨਨ ਆਫ ਤਾਂ ਹੈ ਹੀ ਨਹੀਂ, ਕਿਉਂਕਿ ਚਲੋ ਇਹ ਆਪਸ਼ਨ ਆਪਾਂ ਨੂੰ ਫਿਰ ਵੀ ਠੀਕ ਲੱਗ ਰਹੀ ਹੈ। ਠੀਕ ਹੈ, ਅਸਿਸਟ ਕਰਨਾ, ਹੈਲਪ ਕਰਨਾ, ਤਾਂ ਇਹਦਾ ਰਾਈਟ ਆਨਸਰ ਆਊਗਾ ਬਿਨਾਂ ਡਾਊਟ ਤੋਂ, ਵਿਦਆਊਟ ਐਨੀ ਡਾਊਟ, ਆਨਸਰ ਏ। ਠੀਕ ਹੈ, ਤਾਂ ਫਿਰ ਆਪਾਂ ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਕੀ ਕਹਿ ਰਹੇ ਆ? ਅਕੋਰਡਿੰਗ ਟੂ NCF 2005 ਐਰਰਸ ਆਰ ਇੰਪੋਰਟੈਂਟ ਬਿਕੋਜ਼ ਦੇ। ਕਹਿੰਦੇ NCF 2005 ਦੇ ਅਕੋਰਡਿੰਗਲੀ, ਠੀਕ ਹੈ, ਜਿਹੜੇ ਐਰਰ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ। ਕਿਉਂ? ਠੀਕ ਹੈ, ਪਹਿਲੀ ਆਪਸ਼ਨ ਪ੍ਰੋਵਾਈਡ ਅ ਵੇ ਟੂ ਟੀਚਰ ਟੂ ਸਕੋਲਡ ਦ ਚਿਲਡਰਨ। ਠੀਕ ਹੈ, ਟੀਚਰ ਨੂੰ ਕਹਿੰਦੇ ਕਿ ਤਰੀਕਾ ਮਿਲ ਜਾਂਦਾ ਬੱਚਿਆਂ ਨੂੰ ਡਾਂਟਣ ਦਾ। ਠੀਕ ਹੈ, ਆਪਸ਼ਨ 'ਚ ਲਿਖਿਆ। ਠੀਕ ਹੈ, ਨੈਕਸਟ ਪ੍ਰੋਵਾਈਡ ਐਨ ਇਨਸਾਈਟ ਟੂ ਦ ਚਾਈਲਡ ਥਿੰਕਿੰਗ ਐਂਡ ਹੈਲਪ ਟੂ ਆਈਡੈਂਟੀਫਾਈ ਸੋਲੂਸ਼ਨਸ। ਇਹ ਆਨਸਰ ਇਹਦਾ ਹੋ ਸਕਦਾ ਹੈ। ਠੀਕ ਹੈ, ਔਰ ਇਹੀ ਆਨਸਰ ਹੈ ਕਿ ਹਾਂ ਬੱਚਿਆਂ ਨੂੰ ਨਾ ਪ੍ਰੋਪਰ ਸਮਝ ਦੇਣੀ, ਇਨਸਾਈਟ ਮਤਲਬ, ਠੀਕ ਹੈ, ਪ੍ਰੋਪਰ ਉਹਨਾਂ ਦੀ ਥਿੰਕਿੰਗ ਨੂੰ ਡਿਵੈਲਪ ਕਰਨਾ ਤੇ ਉਹਨਾਂ ਨੂੰ ਹੈਲਪ ਕਰਨਾ ਸੋਲੂਸ਼ਨਸ ਨੂੰ ਆਈਡੈਂਟੀਫਾਈ ਕਰਨ ਦੇ ਵਿੱਚ। ਮਤਲਬ ਜਿਹੜੇ ਸੋਲੂਸ਼ਨਸ ਨੇ ਉਹਨਾਂ ਨੂੰ ਪਛਾਣਨਾ, ਠੀਕ ਹੈ, ਆਈਡੈਂਟੀਫਾਈ ਕਰਨਾ। ਠੀਕ ਹੈ, ਉਹ ਚੀਜ਼ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇੱਕ ਹੈਲਪ ਕਰਨਾ, ਤਾਂ ਉਹ ਚੀਜ਼ ਹੋ ਜੂਗੀ। ਠੀਕ ਹੈ, ਬਿਲਕੁਲ ਕੈਂਟ ਆਪਸ਼ਨ ਕਹੂੰਗੀ ਮੈਂ, ਸਭ ਤੋਂ ਬੈਸਟ ਆਪਸ਼ਨ ਹੈ। ਪ੍ਰੋਵਾਈਡ ਸਪੇਸ ਫॉर ਰਿਮੂਵਿੰਗ ਸਮ ਚਿਲਡਰਨ ਫਰੋਮ ਦ ਕਲਾਸ। ਕਹਿੰਦੇ ਐਦਾਂ ਦੀ ਸਪੇਸ ਮਿਲ ਜਾਂਦੀ ਇੱਕ ਟੀਚਰ ਨੂੰ ਬੱਚਿਆਂ ਨੂੰ ਰਿਮੂਵ ਕਰਨ ਦੀ। ਕਿੰਨੀ ਨੈਗੇਟਿਵ ਗੱਲ ਹੋਗੀ, ਨੈਗੇਟਿਵ ਤੋਂ ਆਪਾਂ ਬਚਣਾ। ਠੀਕ ਹੈ, ਤਾਂ ਅਗਰ ਦੇਖੀਏ ਯਾਰ ਪਹਿਲੀ ਆਪਸ਼ਨ ਤਾਂ ਬਿਲਕੁਲ ਗਲਤ ਹੈ। ਠੀਕ ਹੈ, ਸਕੋਰ ਨਹੀਂ ਕਰ ਸਕਦੇ ਤੁਸੀਂ, ਇਹ ਗਲਤ ਹੋ ਗਿਆ, ਡਾਂਟ ਨਹੀਂ ਸਕਦੇ। ਰਿਮੂਵ, ਇਹ ਵੀ ਗਲਤ ਹੋ ਗਿਆ। ਫਿਰ ਕਹਿੰਦੇ ਆਰ ਐਨ ਇੰਪੋਰਟੈਂਟ ਟੂਲ ਇਨ ਕਲਾਸੀਫਾਈਂਗ ਸਟੂਡੈਂਟ ਗਰੁੱਪ ਆਫ ਪਾਸਡ ਐਂਡ ਫੇਲਡ। ਸਿੱਧਾ ਸਿੱਧਾ ਇਹ ਚੀਜ਼ ਕਿਹਦੇ ਕਨੀ ਲੈ ਕੇ ਜਾ ਰਹੀ? ਗਰੁੱਪਿੰਗ ਕਨੀ, ਜਾਂ ਅਗਰ ਮੈਂ ਗੱਲ ਕਰਾਂ ਰੈਂਕਿੰਗ ਕਨੀ, ਉਹਦੇ ਕਨੀ ਲੈ ਕੇ ਜਾ ਰਹੀ ਹੈ ਕਿ ਹਾਂ ਬੱਚਿਆਂ ਨੂੰ ਕਲਾਸੀਫਾਈ ਕਰ ਦਿਓ, ਇਹ ਪਾਸ ਨੇ, ਇਹ ਫੇਲ ਨੇ। ਉਹ ਰੈਂਕ ਹੀ ਹੋ ਗਿਆ, ਤੁਸੀਂ ਨਹੀਂ ਲੇਬਲਿੰਗ ਕਰ ਸਕਦੇ ਯਾਰ, ਯੂ ਕਾਂਟ ਲੇਬਲ ਜਾਂ ਯੂ ਕਾਂਟ ਸੈਗਰੀਗੇਟ ਦ ਸਟੂਡੈਂਟਸ। ਠੀਕ ਹੈ, ਇਹ ਚੀਜ਼ ਨਹੀਂ ਕਰ ਸਕਦੇ ਤੁਸੀਂ, ਤਾਂ ਫਿਰ ਇਹ ਚੀਜ਼ ਬਹੁਤ ਨੈਗੇਟਿਵ ਦੇ ਵਿੱਚ ਚਲੀ ਜਾਊਗੀ। ਠੀਕ ਹੈ, ਤਾਂ ਆਪਾਂ ਨੂੰ ਪੁੱਛਿਆ ਕੀ ਹੈ? ਪੁੱਛਿਆ ਇਹਨਾਂ ਨੇ ਆਹੀ ਹੈ ਕਿ ਕਿਉਂ ਜ਼ਰੂਰੀ ਹੁੰਦੇ ਨੇ। ਇਸ ਕਰਕੇ ਅਗਰ ਆਪਾਂ ਗਲਤੀਆਂ ਕਹਿ ਸਕਦੇ ਨਾ, ਆਪਾਂ ਗਲਤੀਆਂ ਤੋਂ ਸਿੱਖਦੇ ਹਾਂ। ਆਪਾਂ ਉਹ ਵੀ ਆਪਾਂ ਵੈਸੇ ਜੇ ਗੱਲ ਕਰੀਏ ਡੇਲੀ ਲਾਈਫ 'ਚ ਜਾਂ ਨੋਟ ਡੇਲੀ ਲਾਈਫ, ਨੋਰਮਲੀ ਅਗਰ ਆਪਾਂ ਗੱਲ ਕਰੀਏ ਲਾਈਫ ਨਾਲ ਰਿਲੇਟ ਕਰਕੇ, ਅਗਰ ਗਲਤੀਆਂ ਕਰਦੇ ਹਾਂ ਆਪਾਂ, ਠੀਕ ਹੈ, ਤਾਂ ਫਿਰ ਗਲਤੀਆਂ ਦੇ ਵਿੱਚੋਂ ਕੁਝ ਸਿੱਖਦੇ ਵੀ ਤਾਂ ਹੈਗੇ ਹੀ ਆ। ਇਨਸਾਨ ਆ, ਕੋਈ ਨਾ ਕੋਈ ਗਲਤੀ ਕਰਦੇ ਆ, ਤਾਂ ਉਹ ਗਲਤੀਆਂ ਦੇ ਵਿੱਚੋਂ ਬੰਦਾ ਕੁਝ ਨਾ ਕੁਝ ਸਿੱਖਦਾ, ਜਿਹਨੂੰ ਹੀ ਆਪਾਂ ਐਕਸਪੀਰੀਅੰਸ ਬੋਲਦੇ ਹਾਂ। ਐਕਸਪੀਰੀਅੰਸ ਹੋਰ ਕੀ ਹੁੰਦਾ? ਐਕਸਪੀਰੀਅੰਸ ਆਹੀ ਚੀਜ਼ ਹੁੰਦੀ ਹੈ ਨਾ, ਕੋਈ ਗੁੱਡ ਐਕਸਪੀਰੀਅੰਸ ਹੁੰਦੇ ਨੇ, ਕੋਈ ਬੈਡ ਹੁੰਦੇ ਨੇ। ਗੁੱਡ ਤੋਂ ਵੀ ਤੁਸੀਂ ਕੁਝ ਨਾ ਕੁਝ ਸਿੱਖੋਗੇ, ਹਰੇਕ ਚੀਜ਼ ਤੋਂ ਤੁਸੀਂ ਕੁਝ ਨਾ ਕੁਝ ਸਿੱਖਦੇ ਹੋ, ਜਾਂ ਤੁਹਾਡੇ ਐਕਸਪੀਰੀਅੰਸ ਚੰਗੇ ਵੀ ਹੋ ਸਕਦੇ ਨੇ, ਮਾੜੇ ਵੀ ਹੋ ਸਕਦੇ ਨੇ, ਡਿਪੈਂਡ ਕਰਦੇ ਔਨ ਦ ਸਿਚੁਏਸ਼ਨ। ਬਟ ਉਹ ਚੀਜ਼ਾਂ ਤੋਂ ਤੁਸੀਂ ਕੁਝ ਨਾ ਕੁਝ ਸਿੱਖਦੇ ਹੋ। ਉਵੇਂ ਹੀ ਇੱਥੇ ਚਲੋ ਇੱਕ ਐਰਰ ਦੀ ਗੱਲ ਆ ਗਈ ਕਿ ਉਹਦੇ ਨਾਲ ਆਹੀ ਹੈ ਕਿ ਉਹ ਥਿੰਕਿੰਗ ਐਬਿਲਿਟੀਜ਼ ਨੂੰ ਇੰਪਰੂਵ ਕਰਨ। ਠੀਕ, ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਤੇ। Which one of the following best describe the role of textbook in the classroom? ਕਹਿੰਦੇ ਇਹਦੇ ਵਿੱਚੋਂ ਦੀ ਇੱਕ ਟੈਕਸਟ ਬੁੱਕ ਦਾ ਜਿਹੜਾ ਰੋਲ ਹੈ, ਠੀਕ ਹੈ, ਕੌਣ ਡਿਸਕ੍ਰਾਈਬ ਕਰ ਰਿਹਾ ਹੈ?
4 ਆਪਸ਼ਨਸ ਦੇ ਵਿੱਚੋਂ ਤਾਂ ਮੈਂ ਤੁਸੀਂ ਦੱਸੋ, ਮੈਂ ਪਾਣੀ ਪੀ ਰਹੀ ਹਾਂ, ਇੰਨੇ ਆਪਸ਼ਨਸ ਪੜੋ। 4 ਆਪਸ਼ਨਸ ਨੇ ਤੁਹਾਡੇ ਅੱਗੇ, ਤੁਹਾਨੂੰ ਕਿਹੜਾ ਕਰੈਕਟ ਲੱਗ ਰਿਹਾ? They maintain homogeneity in learning across a state of nation। अच्छा, कि ਇਹ ਕੀ ਕਰਦੀ ਹੈ? ਕਹਿੰਦੇ ਟੈਕਸਟ ਬੁੱਕ ਇੱਕ ਹੋਮੋਜੀਨਿਟੀ ਮੇਨਟੇਨ ਕਰਕੇ ਰੱਖਦੀ ਹੈ। ਸੇਮ ਹੋਮੋਜੀਨਿਟੀ ਮਤਲਬ ਹੁੰਦਾ ਸੇਮ ਚੀਜ਼, ਅਗਰ ਆਪਾਂ ਗੱਲ ਕਰੀਏ ਸੇਮ ਚੀਜ਼ ਨੂੰ ਕਾਇਮ ਰੱਖਣਾ ਹੈ ਨਾ, ਉਹ ਚੀਜ਼ ਮੇਨਟੇਨ ਕਰਦੀ ਹੈ। ਦੇ ਪ੍ਰੋਵਾਈਡ ਗਾਈਡੈਂਸ ਟੂ ਟੀਚਰ ਐਂਡ ਪੇਰੈਂਟ ਅਬਾਊਟ ਦ ਕੋਰਸ ਆਫ ਸਟੱਡੀ। ਮਤਲਬ ਜਿਹੜੀ ਬੁੱਕਸ ਨੇ, ਠੀਕ ਹੈ, ਉਹਦੀ ਗੱਲ ਹੋ ਰਹੀ ਹੈ ਕਿ ਉਹ ਗਾਈਡੈਂਸ ਪ੍ਰੋਵਾਈਡ ਕਰਨਗੇ ਟੀਚਰਸ ਨੂੰ ਵੀ, ਪੇਰੈਂਟਸ ਨੂੰ ਵੀ ਕੋਰਸ ਬਾਰੇ। ਸਿਰਫ ਇਹੀ ਚੀਜ਼ ਤਾਂ ਹੋ ਨਹੀਂ ਸਕਦੀ। ਦੇ ਫਾਰਮ ਦ ਮੋਸਟ ਅਸੈਂਸ਼ੀਅਲ ਲਰਨਿੰਗ ਰਿਸੋਰਸਿਸ ਇਨ ਅ ਰਿਸੋਰਸ ਸਟਾਰਵਡ ਕੰਟੈਕਸਟ। ਠੀਕ ਹੈ, ਕਿ ਮਤਲਬ ਆਹੀ ਬਹੁਤ ਜ਼ਿਆਦਾ ਜ਼ਰੂਰੀ ਨੇ, ਜਿੱਥੇ ਰਿਸੋਰਸ ਦੀ ਕਮੀ ਹੈ ਉਹ ਚੀਜ਼ ਨੂੰ ਪੂਰਾ ਕਰਨ ਲਈ, ਜਿੱਥੇ ਕੰਟੈਕਸਟ ਦੀ ਕਮੀ ਹੈ ਉਹ ਚੀਜ਼ ਨੂੰ ਪੂਰਾ ਕਰਦਾ ਟੈਕਸਟ ਬੁੱਕ। ਦੇਰ ਆਰ ਵਨ ਆਫ ਦ ਰਿਸੋਰਸ ਐਂਡ ਰੈਫਰੈਂਸ ਮਟੀਰੀਅਲ ਅਵੇਲੇਬਲ ਇਨ ਦ ਕਲਾਸ। ਇਹਦੇ ਵਿੱਚ ਮੈਨੂੰ ਕੋਈ ਗੜਬੜ ਲੱਗ ਰਹੀ ਹੈ ਕੁਐਸਚਨ ਦੇ ਵਿੱਚ। ਇਹ ਕੁਐਸਚਨ ਨੂੰ ਬਾਅਦ 'ਚ ਦੇਖਦੇ ਹਾਂ। ਮੇਰੇ ਅਕੋਰਡਿੰਗਲੀ ਕੋਈ ਆਪਸ਼ਨ ਮਿਸ ਹੈ, ਇਹ ਤਾਂ ਨਹੀਂ ਆ ਸਕਦਾ। ਦੇ ਆਰ ਵਨ ਆਫ ਦ ਰਿਸੋਰਸ ਐਂਡ ਰੈਫਰੈਂਸ ਅਵੇਲੇਬਲ। ਕੋਈ ਨਹੀਂ, ਇਹਨੂੰ ਬਾਅਦ 'ਚ ਦੇਖਦੇ ਆਪਾਂ। 5th ਕੁਐਸਚਨ ਟੈਕਸਟ ਬੁੱਕ ਵਾਲੇ ਨੂੰ ਥੋੜਾ ਹੋਲਡ ਤੇ ਰੱਖਦੇ ਹਾਂ, ਇਹਨੂੰ ਬਾਅਦ ਵਿੱਚ ਦੇਖਦੇ ਹਾਂ, ਜਾਂ ਫਿਰ ਮੈਂ ਕਰੂੰਗੀ ਆਪਸ਼ਨਸ ਕਰੈਕਟ ਕਰਕੇ ਤੁਹਾਨੂੰ ਫਿਰ ਪੀਪੀਟੀ ਦੇ ਵਿੱਚ ਆਪਾਂ ਐਡ ਕਰ ਦਾਂਗੇ। ਠੀਕ ਹੈ, ਥੋੜਾ ਬਾਅਦ 'ਚ ਕਰਦੇ ਹਾਂ ਕੁਐਸਚਨ। ਥੋੜਾ ਆਈ ਥਿੰਕ ਕੋਈ ਆਪਸ਼ਨ ਦੇ ਵਿੱਚ ਗੜਬੜ ਹੋਈ ਹੈ। ਆਪਾਂ ਅੱਗੇ ਚੱਲਦੇ ਹਾਂ, ਅੱਗੇ ਕੰਟੀਨਿਊ ਕਰਦੇ ਹਾਂ। ਠੀਕ ਹੈ, ਨੈਕਸਟ ਕੁਐਸਚਨ ਤੁਹਾਡੇ ਅੱਗੇ। Which one of the following best describe the role of textbook? अच्छा वही आ गया है, सेम क्वेश्चन ही आ गया ना, सॉरी। आगे चलते हैं, वो क्वेश्चन सेम ही सीगे। आगे चलते हैं। The aim of assessment recording to the NEP National Education Policy 2020 is। ठीक है, इन्होंने पूछा है कि जेड़ा नैशनल एजुकेशन पॉलिसी 2020 है ना, ਉਹਦਾ ਮੇਨ ਏਮ ਕੀ ਹੈ। ਤਾਂ ਤੁਹਾਡੇ ਸਾਹਮਣੇ 4 ਆਪਸ਼ਨਸ ਨੇ। ਛੇਤੀ ਛੇਤੀ ਦੱਸੋ ਮੈਨੂੰ, ਤੁਹਾਨੂੰ ਕਿਹੜੀ ਆਪਸ਼ਨ ਜਿਹੜੀ ਹੈਗੀ ਹੈ ਉਹ ਠੀਕ ਲੱਗ ਰਹੀ ਹੈ? ਇੱਕ ਜਿੰਨੇ ਦੇ ਜਿੰਨੇ ਲਾਈਵ ਹੋਣਾ ਹੈ ਯਾਰ, ਤੁਸੀਂ ਲਾइक शेयर ਤੇ ਕਮੈਂਟ ਜ਼ਰੂਰ ਕਰ ਦਿਆ ਕਰੋ। ਜ਼ਰੂਰ ਆਪਣੇ ਯਾਰੋ ਬੇਲੀਆਂ ਕੋ ਆਗੇ, ਦੋਸਤੋਂ ਕੋ ਨਾ, ਸਾਰਿਆਂ ਨੂੰ ਭੇਜ ਦਿਆ ਕਰੋ। हाँ जी, ਟੈਸਟਿੰਗ ਰੋਟ ਮੈਮੋਰਾਈਜ਼ੇਸ਼ਨ ਨੂੰ ਟੈਸਟ ਕਰਨਾ। ਠੀਕ ਹੈ, ਉਹ ਏਮ ਹੈ ਅਸੈਸਮੈਂਟ ਦਾ। ਬਿਲਕੁਲ ਗਲਤ ਹੈ। ਇਹ ਥੋੜੀ ਹੈ ਕਿ ਤੁਸੀਂ ਰੋਟ ਮੈਮੋਰਾਈਜ਼ੇਸ਼ਨ ਨੂੰ ਟੈਸਟ ਕਰਨ ਲਈ ਨੈਸ਼ਨਲ ਐਜੂਕੇਸ਼ਨ ਪਾਲਿਸੀ ਬਣਾਈ ਹੈ। ਮੇਜ਼ਰਿੰਗ ਰੀਪਰੋਡਕਸ਼ਨ ਐਂਡ ਰੀਕਾਲ, ਇਹ ਵੀ ਬਿਲਕੁਲ ਗਲਤ ਹੈ ਕਿ ਰੀਪਰੋਡਕਸ਼ਨ ਰੀਕਾਲ ਮਤਲਬ ਕਿ ਉਹੀ ਚੀਜ਼ ਹੋਗੀ ਕਿ ਕਿੰਨਾ ਯਾਦ ਰਹਿ ਰਿਹਾ, ਕਿੰਨਾ ਨਹੀਂ ਯਾਦ ਰਹਿ ਰਿਹਾ। ਠੀਕ ਹੈ, ਟੂ ਸਪੋਰਟ ਚਿਲਡਰਨ ਇਨ ਦ ਪ੍ਰੋਸੈਸ ਆਫ ਲਰਨਿੰਗ ਦੇ ਪ੍ਰੋਸੈਸ ਦੇ ਵਿੱਚ ਸਪੋਰਟ ਕਰਨਾ, अगर मैं गल करा। ठीक है, टू अराइव एट पैरामीटर टू कंपेयर चिल्ड्रन अक्रॉस द कंट्री। बाकी सारी चीज़ें नैगेटिव होनी, क्योंकि रोट मैमोराइजेशन वर्ड ਜਿਹੜਾ ਸ਼ਬਦ ਹੈ ਨਾ, ਰੱਟਾ ਮਾਰਨਾ, ਉਹ ਹੁੰਦੀ ਹੈ ਰੋਟ ਮੈਮੋਰਾਈਜ਼ੇਸ਼ਨ। ਤੁਸੀਂ ਕਿਸੇ ਚੀਜ਼ ਨੂੰ ਰੱਟ ਰਹੇ ਹੋ ਯਾਰ। ਪਤਾ ਕੀ ਗੱਲ ਹੈ, ਦੇਖੋ ਅਗਰ ਪ੍ਰੈਕਟੀਕਲੀ ਸੋਚਿਆ ਜਾਵੇ, ਤੁਸੀਂ ਜੋ ਵੀ ਸਬਜੈਕਟਸ ਪੜ੍ਹਦੇ ਹੋ, ਠੀਕ ਹੈ, ਹਰੇਕ ਦੇ ਵਿੱਚ ਕੋਈ ਨਾ ਕੋਈ ਕਨਸੈਪਟ ਹੁੰਦਾ, ਬਟ ਕੁਝ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਨੇ ਜਿਹੜੇ ਤੁਹਾਨੂੰ ਯਾਦ ਕਰਨੀਆਂ ਪੈਣਗੀਆਂ। ਠੀਕ ਹੈ, ਯਾਦ ਵਾਲਾ ਕੰਮ ਅਗਰ ਆਪਾਂ ਗੱਲ ਕਰਦੇ ਹਾਂ, ਬਟ ਠੀਕ ਹੈ, ਬਟ ਇਹਦਾ ਮਤਲਬ ਇੱਦਾਂ ਨਹੀਂ ਕਿ ਤੁਸੀਂ ਹਰ ਵੇਲੇ ਹਰ ਟਾਈਮ 'ਤੇ ਹੀ ਮਤਲਬ ਅਗਰ ਗੱਲ ਕਰੀਏ ਰੋਟ ਮੈਮੋਰਾਈਜ਼ੇਸ਼ਨ ਨੂੰ ਹੀ ਪ੍ਰਮੋਟ ਕਰੋ, ਹੈ ਨਾ। ਉਹ ਚੀਜ਼ ਨਹੀਂ ਹੋ ਸਕਦੀ ਕਿ ਮਤਲਬ ਰੱਟਾਫਿਕੇਸ਼ਨ ਕਰਨੀ। ਅਗਰ ਮੈਂ ਗੱਲ ਕਰਾਂ, ਤੁਸੀਂ ਬੱਚਿਆਂ ਨੂੰ ਲੈ ਕੇ ਜਾਓ, ਉਹ ਚੀਜ਼ ਨਹੀਂ ਆਪਾਂ ਕਰ ਸਕਦੇ। ਠੀਕ ਹੈ, ਤਾਂ ਇਸ ਕਰਕੇ ਨੈਗੇਟਿਵ ਵਰਡ ਹੋ ਜਾਊਗਾ। ਅਤੇ ਕੰਪੈਰੀਜ਼ਨ ਵੀ ਤੁਸੀਂ ਨਹੀਂ ਕਰ ਸਕਦੇ। ਇਹਨਾਂ ਨੇ ਲਿਖਿਆ ਨਾ ਕੰਪੇਅਰ ਕਰਨਾ, ਤਾਂ ਉਹ ਚੀਜ਼ ਵੀ ਗਲਤ ਹੋ ਜਾਊਗੀ। ਠੀਕ ਹੈ, ਤਾਂ ਬਿਲਕੁਲ ਬੈਸਟ ਆਪਸ਼ਨ ਰਹੂਗੀ ਸੀ, ਸਭ ਤੋਂ ਘੈਂਟ ਆਪਸ਼ਨ ਜਿਹੜੀ ਮੈਂ ਕਹਿੰਦੀ ਹੁੰਦੀ ਹਾਂ, ਬੈਸਟ ਆਪਸ਼ਨ ਕਿ ਚਿਲਡਰਨਸ ਨੂੰ ਸਪੋਰਟ ਕਰਨਾ, ਚਿਲਡਰਨ ਨੂੰ ਇਨ ਦ ਪ੍ਰੋਸੈਸ ਆਫ ਲਰਨਿੰਗ ਦੇ ਪ੍ਰੋਸੈਸ ਦੇ ਵਿੱਚ ਉਹਨਾਂ ਨੂੰ ਸਪੋਰਟ ਕਰਨਾ। ਇਹੀ ਮੇਨ ਏਮ ਹੈ ਆਪਣੀ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਦਾ, ਕਿਉਂਕਿ ਉਹ ਇਹ ਏਮ ਨਹੀਂ ਨਾ ਰੱਖ ਸਕਦੀ ਕੋਈ ਵੀ ਨੈਗੇਟਿਵ ਚੀਜ਼ ਦਾ। ਠੀਕ ਹੈ, ਆਪਣੀ ਜਿਹੜੀ ਪੋਲਿਸੀ, ਜੋ ਵੀ ਐਜੂਕੇਸ਼ਨਲ ਪੋਲਿਸੀ ਹੈ, ਉਹ ਇਹ ਚੀਜ਼ ਨੂੰ ਸਪੋਰਟ ਤਾਂ ਕਰ ਨਹੀਂ ਸਕਦੀ ਨੈਗੇਟਿਵ ਚੀਜ਼ਾਂ ਨੂੰ। ਠੀਕ ਹੈ, ਕਿਉਂਕਿ ਜਿਹੜੀ ਨੈਗੇਟਿਵ ਚੀਜ਼ਾਂ ਨੇ ਓਬਵੀਅਸਲੀ ਉਹਨਾਂ ਨੂੰ ਤਾਂ ਆਪਾਂ ਅਵੋਇਡ ਕਰਨਾ। ਤਾਂ ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਦੇਖੋ, ਸਕੈਫੋਲਡਿੰਗ ਇਨ ਦ ਕੰਟੈਕਸਟ ਆਫ ਲਰਨਿੰਗ ਥਿਓਰੀਜ਼ ਰੈਫਰਸ ਟੂ। ਹੁਣ ਜਿਹੜੀ ਸਕੈਫੋਲਡਿੰਗ ਹੈ, ਇਹਦਾ ਮਤਲਬ ਕੀ ਹੈ, ਕਿਹੜੀ ਚੀਜ਼ ਨੂੰ ਦੱਸਦੀ ਹੈ ਇਹ? ਤਾਂ ਤੁਹਾਡੇ ਸਾਹਮਣੇ 4 ਆਪਸ਼ਨਸ ਨੇ, ਛੇਤੀ ਦੱਸੋ। ਸਿਮੂਲੇਸ਼ਨ ਟੀਚਿੰਗ, ਠੀਕ ਹੈ, ਸਿਮੂਲੇਸ਼ਨ ਟੀਚਿੰਗ ਦੀ ਗੱਲ ਹੋ ਗਈ। ਰੀਕੈਪੀਟੂਲੇਸ਼ਨ ਆਫ ਪ੍ਰੀਵੀਅਸ ਲਰਨਿੰਗ, ਕਿ ਵੀ ਪੁਰਾਣੀ ਲਰਨਿੰਗ ਨੂੰ ਹੀ ਉਹ ਕਰਨਾ। ਠੀਕ ਹੈ, ਕਹਿ ਸਕਦੇ ਰਿਵਾਈਵ ਕਰਨਾ, ਜਾਂ ਫਿਰ ਉਹਦੇ ਵਿੱਚ ਹੀ ਆਪਾਂ ਕਰਦੇ ਹਾਂ ਨਾ ਨਵੀਆਂ ਚੀਜ਼ਾਂ ਨੂੰ।
ਅਪਡੇਟ ਕਰਨਾ ਕਹਿ ਸਕਦੇ ਹਾਂ। ਗਿਵਿੰਗ ਸਪੋਰਟ ਇਨ ਲਰਨਿੰਗ ਬਾਈ ਐਡਲਟਸ, ਠੀਕ ਹੈ, ਕਿ ਜਿਹੜੇ ਐਡਲਟਸ ਨੇ, ਠੀਕ ਹੈ, ਉਹ ਸਪੋਰਟ ਕਰ ਰਹੇ ਨੇ, ਠੀਕ ਹੈ, ਹੈਲਪ ਕਰ ਰਹੇ ਨੇ, ਟੈਂਪਰੇਰੀ ਹੈਲਪ ਕਰ ਰਹੇ ਨੇ। ਉਹਦਾ ਮਤਲਬ ਇਹ ਹੋਇਆ ascertaining the causes of mistake done by the student। ਇਹ ਚੀਜ਼ਾਂ ਨਹੀਂ ਹੋ ਸਕਦੀ ਜੋ ਵੀ ਗਲਤੀਆਂ ਕਰੀਆਂ ਨੇ, ਹੈ ਨਾ। ਤਾਂ ਯਾਰ ਇਹ ਚੀਜ਼ਾਂ ਨਹੀਂ, ਸਕੈਫੋਲਡਿੰਗ ਤੁਹਾਡੇ ਮਾਈਂਡ 'ਚ ਉਹਦੀ ਆ ਜਾਣਾ ਚਾਹੀਦਾ ਹੈ। ਸਕੈਫੋਲਡਿੰਗ ਮੈਂ ਤੁਹਾਨੂੰ ਪੜ੍ਹਾਇਆ ਸੀ, ਠੀਕ ਹੈ, ਇਹਦਾ ਮਤਲਬ ਹੁੰਦਾ ਟੈਂਪਰੇਰੀ ਹੈਲਪ, ਪਹਿਲੀ ਚੀਜ਼, ਠੀਕ ਹੈ। ਟੈਂਪਰੇਰੀ ਹੈਲਪ ਉਹੀ ਆਪਾਂ ਪੜ੍ਹਿਆ ਸੀ ਕਿ ਲੈਵ ਵਾਈਗੋਟਸਕੀ ਸਰ ਨੇ ਹੀ ਟਰਮ ਦਿੱਤੀ ਸੀ, ਆਪਾਂ ਪੜ੍ਹੇ ਸੀ ਨਾ, ਵਾਈਗੋਟਸਕੀ ਸਰ ਨੇ ਟਰਮ ਦਿੱਤੀ ਸੀ ਸਕੈਫੋਲਡਿੰਗ ਮਤਲਬ ਹੁੰਦਾ ਟੈਂਪਰੇਰੀ ਹੈਲਪ ਕਰਨਾ, ਠੀਕ ਹੈ। ਮਤਲਬ ਜੇ ਸਪੋਜ਼ ਦੈਟ ਤੁਹਾਨੂੰ ਕੋਈ ਚੀਜ਼ ਆ ਨਹੀਂ ਰਹੀ, ਠੀਕ ਹੈ, ਸਪੋਜ਼ ਮੈਂ ਇੱਥੇ ਇੱਕ ਐਗਜ਼ਾਮਪਲ ਨਾਲ ਦੱਸਦੀ ਹਾਂ। ਸਪੋਜ਼ ਦੈਟ ਤੁਹਾਨੂੰ ਇੱਥੇ ਹਲੇ ਕੋਈ ਵੀ ਚੀਜ਼, ਸਪੋਜ਼ ਤੁਸੀਂ ਕਾਰ ਚਲਾਉਣੀ ਸਿੱਖਣੀ ਹੈ, ਠੀਕ ਹੈ, ਯੂ ਵਾਂਟ ਟੂ ਲਰਨ ਅਬਾਊਟ ਡਰਾਈਵਿੰਗ, ਹਾਊ ਟੂ ਡੂ ਡਰਾਈਵਿੰਗ, ਕਿਸ ਤਰ੍ਹਾਂ, ਜਾਂ ਹਾਊ ਟੂ ਡਰਾਈਵ ਅ ਕਾਰ, ਹੈ ਨਾ, ਤੁਸੀਂ ਉਹ ਚੀਜ਼ ਸਿੱਖਣੀ ਹੈ, ਠੀਕ ਹੈ। ਤਾਂ ਉਹਦੇ ਵਾਸਤੇ ਤੁਸੀਂ ਟੈਂਪਰੇਰੀ ਹੈਲਪ ਲਓਗੇ, ਠੀਕ ਹੈ। ਇੱਥੇ ਤੁਹਾਨੂੰ ਹਲੇ ਨਹੀਂ ਪਤਾ, ਠੀਕ ਹੈ, ਤੇ ਇੱਥੇ ਆ ਕੇ ਤੁਸੀਂ ਬਿਲਕੁਲ ਪਰਫੈਕਸ਼ਨ, ਠੀਕ ਹੈ, ਬਿਲਕੁਲ ਤੁਸੀਂ ਐਨ ਪਰਫੈਕਟ ਹੋਵੇ ਕਾਰ ਚਲਾਉਣ ਦੇ ਵਿੱਚ, ਠੀਕ ਹੈ। ਤਾਂ ਜਿਹੜੀ ਟੈਂਪਰੇਰੀ ਹੈਲਪ ਹੁੰਦੀ ਹੈ ਨਾ, ਜਦੋਂ ਕੋਈ ਪ੍ਰੋਵਾਈਡ ਕਰਦਾ, ਇਹ ਹੁੰਦੀ ਹੈ ਸਕੈਫੋਲਡਿੰਗ, ਠੀਕ ਹੈ। ਉਹਨਾਂ ਟਾਈਮ ਤੱਕ ਹੈਲਪ ਕਰਨਾ ਜਿੰਨੇ ਟਾਈਮ ਤੱਕ ਬੰਦਾ ਪਰਫੈਕਸ਼ਨ ਤੱਕ ਨਹੀਂ ਪਹੁੰਚਦਾ, ਇਹ ਚੀਜ਼ ਹੋਗੀ ਸਕੈਫੋਲਡਿੰਗ। ਹੋਰ ਵੀ ਐਗਜ਼ਾਮਪਲ ਲੈ ਸਕਦੇ ਹੋ ਤੁਸੀਂ, ਠੀਕ ਹੈ, ਕੋਈ ਵੀ ਅਗਰ ਗੱਲ ਕਰੀਏ ਤਾਂ ਹੁਣ ਸਕੈਫੋਲਡਿੰਗ ਦਿੰਦਾ ਕੌਣ ਹੈ? ਉਹ ਪਰਸਨ ਜਿਹਨੂੰ ਜ਼ਿਆਦਾ ਨੌਲੇਜ ਹੋਊਗੀ, ਤਾਂ ਇਸ ਕਰਕੇ ਉਹਨੂੰ ਬੋਲਿਆ ਜਾਂਦਾ MKO, ਮੋਰ ਨੌਲੇਜੇਬਲ ਅਦਰ, ਜਾਂ ਫਿਰ ਸਕੈਫੋਲਡ ਵੀ ਬੋਲਿਆ ਜਾਂਦਾ, ਠੀਕ ਹੈ ਨਾ। ਉਸ ਤੋਂ ਬਾਅਦ ਤੇ ਹੁਣ ਇਹ ਤਾਂ ਚਲੋ ਠੀਕ ਹੈ, ਸਕੈਫੋਲਡਿੰਗ ਹੋ ਗਿਆ, ਆਪਣਾ MKO ਹੋ ਗਿਆ, ਤੇ ਇੱਕ ਪ੍ਰੋਪਰ ਜਿਹੜਾ ਜ਼ੋਨ ਹੈ ਨਾ, ਸਰਕੂਲਰ ਜ਼ੋਨ, ਇਹ ਤਾਂ ਮੈਂ ਵੈਸੇ ਸਰਕੂਲਰ ਬੋਲ ਰਹੀ ਹਾਂ, ਬਣਾਇਆ ਮੈਂ ਇੱਦਾਂ, ਆਹ ਜ਼ੋਨ ਜਿਹਦੇ ਵਿੱਚ ਸਕੈਫੋਲਡਿੰਗ ਦੇਈ ਜਾਊਗੀ ਬਾਈ MKO, ਠੀਕ ਹੈ, ਉਹ ਹੁੰਦਾ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ZOP। ਇੱਦਾਂ ਸਮਝੋ, ਇਹਨੂੰ ਰੱਟਾ ਨਹੀਂ ਮਾਰਨਾ, ਕਿਉਂਕਿ ਪੂਰੇ 3-4 ਕਨਸੈਪਟ ਨੇ ਵਾਈਗੋਟਸਕੀ ਸਰ ਨੇ ਦਿੱਤੇ ਨੇ। ਇੱਕ ਉਹ ਵਾਲਾ ਜ਼ੋਨ ਜਿਹਨੂੰ ਆਪਾਂ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਬੋਲਦੇ ਹਾਂ, ਜਿਹਦੇ ਵਿੱਚ ਤੁਹਾਨੂੰ ਦਿਖ ਰਿਹਾ ਸਕੈਫੋਲਡਿੰਗ ਦਿੱਤੀ ਜਾ ਰਹੀ ਹੈ ਬਾਈ MKO, ਮੋਰ ਨੌਲੇਜੇਬਲ ਅਦਰ। ਤਾਂ ਸਿੰਪਲ ਜੀ ਗੱਲ ਸੀ, ਸਿੰਪਲ ਗੱਲਬਾਤ, ਠੀਕ ਹੈ ਨਾ। ਤੇ ਇਹਦਾ ਆਨਸਰ C ਆਊਗਾ। ਅੱਗੇ ਚੱਲਦੇ ਹਾਂ। ਵਿਚ ਆਫ ਦ ਫੋਲੋਇੰਗ ਇਜ਼ ਨਾਟ ਐਨ ਐਗਜ਼ਾਮਪਲ ਆਫ ਕੰਕਰੀਟ ਕਨਸੈਪਟ। ਕੰਕਰੀਟ ਥਿੰਕਿੰਗ ਦੀ ਐਗਜ਼ਾਮਪਲ ਕਿਹੜੀ ਨਹੀਂ ਹੈਗੀ? ਜੋ ਨਹੀਂ ਹੈਗੀ ਉਹੀ ਪੁੱਛੀ ਹੈ, ਇਹਦਾ ਧਿਆਨ ਰੱਖ ਲਿਓ ਤੁਸੀਂ ਕਿ ਨੋਟ, ਜਿਹੜਾ ਨੋਟ ਹੈ ਨਾ, ਇਹ ਕੀਵਰਡ ਹੈ, ਠੀਕ ਹੈ। ਹੁਣ ਯਾਰ ਦੋ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਨੇ, ਕੰਕਰੀਟ ਐਂਡ ਐਬਸਟਰੈਕਟ। ਧਿਆਨ ਨਾਲ ਸਮਝਿਓ, ਕੰਕਰੀਟ ਉਹ ਚੀਜ਼ ਹੁੰਦੀ ਹੈ, ਠੀਕ ਹੈ, ਤੁਸੀਂ ਆਪਣੇ ਆਨਸਰਸ ਤਾਂ ਚਲੋ ਦੇ ਦਿਓ। ਕੰਕਰੀਟ ਉਹ ਚੀਜ਼ ਹੁੰਦੀ ਹੈ ਜਿਹੜੀ ਚੀਜ਼ਾਂ ਨੂੰ ਆਪਾਂ ਦੇਖ ਸਕਦੇ ਹਾਂ, ਠੀਕ ਹੈ, ਮਤਲਬ ਵਿਊ ਕਰ ਸਕਦੇ ਹਾਂ, ਆਪਾਂ ਟੱਚ ਕਰ ਸਕਦੇ ਹਾਂ। ਸਪੋਜ਼ ਦੈਟ ਹੁਣ ਪੈਨ ਹੈ, ਪੈਨ ਨੂੰ ਮੈਂ ਟੱਚ ਕਰ ਸਕਦੀ ਹਾਂ, ਬੋਰਡ ਹੈ, ਇਹ ਸਾਰੇ ਕੰਕਰੀਟ ਆਬਜੈਕਟਸ ਨੇ ਜਿਹੜੇ ਆਪਾਂ ਨੂੰ ਦਿਖ ਰਹੇ ਨੇ, ਆਪਾਂ ਟੱਚ ਕਰ ਸਕਦੇ ਹਾਂ, ਠੀਕ ਹੈ। ਹੁਣ ਐਬਸਟਰੈਕਟ ਉਹ ਹੁੰਦੇ ਨੇ ਜਿਹੜੇ ਆਪਣੀ ਥਿੰਕਿੰਗ ਦੇ ਵਿੱਚ ਹੁੰਦੇ ਨੇ ਜਾਂ ਆਪਣੀ ਇਮੈਜੀਨੇਸ਼ਨ ਦੇ ਵਿੱਚ ਹੁੰਦੇ ਨੇ, ਉਹ ਚੀਜ਼ਾਂ ਹੁੰਦੀਆਂ ਨੇ ਐਬਸਟਰੈਕਟ ਥਿੰਕਿੰਗ, ਠੀਕ ਹੈ, ਮਤਲਬ ਐਬਸਟਰੈਕਟ ਆਬਜੈਕਟ, ਠੀਕ ਹੈ। ਫਿਰ ਦੱਸੂਗੀ ਤੁਹਾਨੂੰ ਕੰਕਰੀਟ ਥਿੰਕਿੰਗ ਵੀ ਕੀ ਹੁੰਦੀ ਹੈ। ਤਾਂ ਕੰਕਰੀਟ ਕਨਸੈਪਟ ਪੁੱਛਿਆ ਇਹਨਾਂ ਨੇ ਕਿਹੜਾ, ਤਾਂ ਇਹਦੇ ਵਿੱਚੋਂ ਦੀ ਦੇਖੋ, ਇਹਦਾ ਆਨਸਰ ਆਊਗਾ ਐਬਿਲਿਟੀ। ਐਬਿਲਿਟੀ ਨਹੀਂ ਹੈਗਾ, ਉਹ ਚੀਜ਼ ਤੁਸੀਂ ਦੇਖ ਨਹੀਂ ਸਕਦੇ ਅਗਰ ਮੈਂ ਗੱਲ ਕਰਾਂ, ਠੀਕ ਹੈ। ਹੁਣ ਚੇਅਰ, ਫੋਰਸ, ਮੋਸ਼ਨ, ਚੇਅਰ ਹੈ, ਤੁਸੀਂ ਉਹਨੂੰ ਦੇਖ ਸਕਦੇ ਹੋ, ਫੋਰਸ ਵੀ ਤੁਸੀਂ ਦੇਖ ਰਹੇ ਹੋ, ਕੋਈ ਬੰਦਾ ਪੁਸ਼ ਕਰ ਰਿਹਾ, ਪੁੱਲ ਕਰ ਰਿਹਾ, ਉਹ ਚੀਜ਼ ਤੁਸੀਂ ਓਬਜ਼ਰਵ ਕਰ ਸਕਦੇ ਹੋ। ਮੋਸ਼ਨ ਵੀ ਤੁਸੀਂ ਓਬਜ਼ਰਵ ਕਰ ਸਕਦੇ ਹੋ, ਠੀਕ ਹੈ ਨਾ, ਮੋਸ਼ਨ ਲੱਗ ਰਿਹਾ, ਕੋਈ ਵੀ ਮੋਸ਼ਨ ਹੋਵੇ, ਚਾਹੇ ਮੂਵਮੈਂਟ ਲਗਾ ਲਓ, ਤਾਂ ਇਹ ਸਾਰੀ ਚੀਜ਼ਾਂ ਤੁਸੀਂ ਦੇਖ ਸਕਦੇ ਹੋ। ਇਹ ਸਾਰੀ ਚੀਜ਼ਾਂ ਕੰਕਰੀਟ ਆਬਜੈਕਟਸ ਨੇ। ਬਟ ਐਬਿਲਿਟੀ ਹੋਗੀ ਕਿਸੇ ਦੀ, ਹੈ ਨਾ, ਕਿਸੇ ਦੀ ਕੋਈ ਵੀ ਕੰਮ ਕਰਨ ਨੂੰ ਲੈ ਕੇ ਆਪਾਂ ਕਹਿ ਸਕਦੇ ਸ਼ਮਤਾ ਕਹਿ ਲਓ, ਤਾਂ ਉਹ ਚੀਜ਼ ਕੰਕਰੀਟ ਨਹੀਂ ਹੈ, ਉਹ ਐਬਸਟਰੈਕਟ ਹੈ, ਠੀਕ ਹੈ। ਤਾਂ ਇਹ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਤਾਂ ਹੁਣ ਇੱਕ ਐਗਜ਼ਾਮਪਲ ਦਿੰਦੇ ਹਾਂ। ਸਪੋਜ਼ ਦੈਟ ਜਿਹੜਾ ਬੱਚਾ ਹੈ ਨਾ, ਪਹਿਲਾਂ ਕੰਕਰੀਟ ਥਿੰਕਿੰਗ ਸਿੱਖੂਗਾ, ਫਿਰ ਹੀ ਔਰ ਸ਼ੀ ਵਿਲ ਮੂਵ ਟੂਵਰਡਸ ਐਬਸਟਰੈਕਟ ਥਿੰਕਿੰਗ। ਐਬਸਟਰੈਕਟ ਮਤਲਬ ਹੁਣ ਇੱਦਾਂ ਕਿੱਦਾਂ ਹੋਇਆ ਕਿ ਕੰਕਰੀਟ ਮਤਲਬ ਸਪੋਜ਼ ਦੈਟ ਟੀਚਰ ਨਾ ਸਭ ਤੋਂ ਪਹਿਲਾਂ ਸਪੋਜ਼ 1 2 3 ਸਿਖਾਉਣਾ ਹੈ, ਕੁਛ ਵੀ ਸਿਖਾਉਣਾ ਬੱਚੇ ਨੂੰ, ਬਿਲਕੁਲ ਛੋਟੇ ਬੱਚੇ ਦੀ ਗੱਲ ਕਰਦੇ ਹਾਂ, ਬਲੋਕਸ ਦੇ ਥਰੂ ਸਿਖਾਊਗਾ, ਠੀਕ ਹੈ। ਸਪੋਜ਼ ਕਾਫੀ ਸਾਰੇ ਬਲੋਕਸ ਨੇ ਕਾਊਂਟਿੰਗ ਦੇ ਨਾਲ, ਹੈ ਨਾ, ਕਿ ਆ ਪਹਿਲਾ ਬਲੌਕ ਹੈ, ਦੂਸਰਾ ਹੈ, ਤੀਸਰਾ ਹੈ, ਇੱਕ ਐਗਜ਼ਾਮਪਲ ਹੈ। ਤਾਂ ਉਹ ਚੀਜ਼ਾਂ ਬੱਚਾ ਦੇਖ ਰਿਹਾ, ਟੱਚ ਵੀ ਕਰ ਰਿਹਾ, ਤਾਂ ਕੰਕਰੀਟ ਆਬਜੈਕਟ ਉਹਦੀ ਅੱਖਾਂ ਦੇ ਸਾਹਮਣੇ ਪਏ ਨੇ, ਇਹ ਤੁਹਾਨੂੰ ਪਤਾ ਹੈ। ਬਟ ਕੁਛ ਟਾਈਮ ਤੋਂ ਬਾਅਦ ਨਾ, ਹੁਣ ਉਹ ਚੀਜ਼ਾਂ ਯਾਰ ਕੌਣ ਹੁੰਦਾ, ਐਬੇਕਸ ਵਗੈਰਾ ਕੁਛ ਜਿਹੜੇ ਉਹ ਵੀ ਟੂਲਸ ਵਗੈਰਾ ਵੀ ਯੂਜ਼ ਕਰਦੇ ਨੇ, ਜਿਹੜੇ ਛੋਟੇ ਛੋਟੇ ਉਹ ਲੱਗੀਆਂ ਹੁੰਦੀਆਂ ਨੇ, ਤੁਸੀਂ ਦੇਖਿਆ ਹੋਊਗਾ, ਬੀਡਸ ਲਾਈਕ, ਹੈ ਨਾ, ਜਿਹਦੇ ਥਰੂ ਬੱਚੇ ਕਾਊਂਟਿੰਗ ਸਿੱਖਦੇ ਨੇ, ਬਲੌਕਸ ਦੇ ਥਰੂ ਸਿਖਾਤਾ। ਇਹ ਚੀਜ਼ਾਂ ਬੱਚੇ ਦੇਖ ਰਹੇ, ਇਹ ਕੰਕਰੀਟ ਥਿੰਕਿੰਗ ਦੇ ਵੱਲ ਜਾ ਰਹੇ ਨੇ ਉਹ। ਬਟ ਹੌਲੀ ਹੌਲੀ ਫਿਰ ਕੀ ਹੋਊਗਾ, ਬੱਚੇ ਇਮੈਜੀਨੇਸ਼ਨ ਬਣਾਉਣ ਲੱਗ ਜਾਊਗਾ ਆਪਣੀ, ਠੀਕ ਹੈ। ਫਿਰ ਉਹ ਜਿਹੜੀ ਕਾਊਂਟਿੰਗ ਹੈ, ਆਪਾਂ ਇੱਕ ਐਵੇਂ ਕਾਊਂਟਿੰਗ ਕਰਦੇ ਹੁੰਦੇ ਨਾ, ਠੀਕ ਹੈ ਨਾ, ਉਹ ਕਾਊਂਟਿੰਗ ਹੈ ਜਿਹੜੀ ਉਹ ਦੇਖ ਕੇ ਨਹੀਂ ਕਰੂਗਾ, ਬਲੌਕਸ ਨੂੰ ਕਾਊਂਟ ਕਰਕੇ ਨਹੀਂ ਕਰੂਗਾ, ਫਿਰ ਕਾਊਂਟਿੰਗ ਉਹ ਆਪਣੇ ਮਾਈਂਡ ਦੇ ਵਿੱਚ ਕਰੂਗਾ। ਜੇ ਤੁਹਾਨੂੰ ਪੁੱਛੋਗੇ 2 + 2 = 2, ਸਿੱਧਾ ਸੋਚ ਕੇ ਆਨਸਰ ਦਊਗਾ ਕਿ ਯਾਰ 4। ਉਹ ਹੁੰਦੀ ਹੈ ਐਬਸਟਰੈਕਟ ਥਿੰਕਿੰਗ। ਕੰਕਰੀਟ ਦੇ ਵਿੱਚ ਸਪੋਜ਼ ਦੈਟ ਤੁਸੀਂ ਇੱਕ ਟੀਚਰ ਕੁਝ ਪੜ੍ਹਾ ਰਿਹਾ ਤੁਹਾਨੂੰ, ਠੀਕ ਹੈ,
ਉਹ ਕੋਈ ਨਾ ਕੋਈ ਇੱਦਾਂ ਦੇ ਆਬਜੈਕਟ ਯੂਜ਼ ਕਰ ਰਹੇ ਜਿਹੜੇ ਤੁਸੀਂ ਦੇਖ ਪਾ ਰਹੇ ਹੋ। ਬਟ ਐਬਸਟਰੈਕਟ ਥਿੰਕਿੰਗ ਜਦੋਂ ਡਿਵੈਲਪ ਹੁੰਦੀ ਹੈ ਨਾ ਬੱਚੇ ਦੇ ਵਿੱਚ, ਉਸ ਕੇਸ ਦੇ ਵਿੱਚ ਹੁੰਦਾ ਕਿ ਬੱਚਾ ਮਤਲਬ ਨਾ ਇਮੈਜਿਨ ਕਰਨ ਲੱਗ ਜਾਂਦਾ ਚੀਜ਼ਾਂ ਨੂੰ। ਸਪੋਜ਼ ਦੈਟ ਤੁਸੀਂ ਹੁਣ ਸਪੋਜ਼ ਇੱਕ ਟੀਚਰ ਕੋਈ ਚੀਜ਼ ਪੜ੍ਹਾ ਰਿਹਾ, ਮੈਪ ਬਾਰੇ ਪੜ੍ਹਾ ਰਿਹਾ, ਕਈ ਵਾਰ ਮੈਪ ਨਾ ਅਵੇਲੇਬਲ ਹੋਵੇ, ਆਪਾਂ ਕੋਈ ਵੀ US ਦੀ ਜਾਂ ਇੰਡੀਆ ਦੀ ਗੱਲ ਕਰ ਲਈ, ਤਾਂ ਹੁਣ ਬੱਚਿਆਂ ਨੂੰ ਪਤਾ ਹੈ ਐਨੇ ਏਬਲ ਹੈਗੇ ਨੇ ਉਹ, ਹੁਣ ਉਹ ਐਬਸਟਰੈਕਟ ਥਿੰਕਿੰਗ ਵੱਲ ਜਾ ਰਹੇ ਨੇ, ਤਾਂ ਮਾਈਂਡ ਦੇ ਵਿੱਚ ਉਹ ਕਨਸੈਪਟ ਨੂੰ ਉਹਨਾਂ ਦੇ ਦਿਮਾਗ 'ਚ ਆ ਜਾਊਗਾ ਕਿ ਹਾਂ ਅੱਛਾ ਇੰਡੀਆ ਦਾ ਮੈਪ ਇੱਥੇ ਹੈ, ਜਾਂ ਯੂਰਪ ਦੀ ਗੱਲ ਕੀਤੀ ਹੈ ਉੱਥੇ ਹੈ, ਹੈ ਨਾ, ਕੁਛ ਵੀ ਲਗਾ ਲਓ, ਕੈਨੇਡਾ ਦੀ ਗੱਲ ਹੋ ਗਈ, ਹੈ ਨਾ, ਤਾਂ ਉਹ ਸਮਝ ਜੂਗਾ ਕਿ ਉੱਥੇ ਜੇ ਗੱਲਬਾਤ ਹੋ ਰਹੀ ਹੈ, ਠੀਕ ਹੈ, ਤਾਂ ਉਹ ਚੀਜ਼ ਹੋ ਜੂਗੀ ਐਬਸਟਰੈਕਟ ਥਿੰਕਿੰਗ। ਤਾਂ ਇਹੀ ਚੀਜ਼ ਹੁੰਦੀ ਹੈ ਕਿ ਡਿਵੈਲਪਮੈਂਟ ਜਦੋਂ ਬੱਚਾ ਇੱਕ ਕਰਦਾ ਹੈ ਕੰਕਰੀਟ ਤੋਂ ਐਬਸਟਰੈਕਟ ਥਿੰਕਿੰਗ ਵੱਲ ਮੂਵ ਕਰਦਾ, ਠੀਕ ਹੈ। ਤਾਂ ਇਹਦੇ ਵਿੱਚ ਕੰਕਰੀਟ ਦੀ ਗੱਲ ਪੁੱਛੀ ਸੀ ਤਾਂ ਨਹੀਂ ਹੈਗਾ, ਤਾਂ ਉਹ ਐਬਿਲਿਟੀ ਹੋਗੀ। ਅੱਗੇ, ਅਕੋਰਡਿੰਗ ਟੂ ਪਿਆਜੇ ਐਟ ਵਿਚ ਆਫ ਦ ਫੋਲੋਇੰਗ ਸਟੇਜ ਡਸ ਦ ਚਾਈਲਡ ਬਿਗਨ ਟੂ ਥਿੰਕ ਲੌਜੀਕਲੀ ਅਬਾਊਟ ਐਬਸਟਰੈਕਟ ਕਨਸੈਪਟ। ਆ ਗਈ ਹੋਈ ਗੱਲਬਾਤ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ, ਕਹਿੰਦੇ ਕਿ ਲੌਜੀਕਲੀ ਜਿਹੜਾ ਬੱਚਾ ਹੈ ਉਹ ਹੁਣ ਐਬਸਟਰੈਕਟ ਥਿੰਕਿੰਗ ਕਰਨੀ ਜਾ ਰਿਹਾ ਹੈ। ਕਿਹੜੀ ਸਟੇਜ ਦੇ ਵਿੱਚ ਉਹ ਸ਼ੁਰੂ ਕਰ ਦਿੰਦਾ ਹੈ ਐਬਸਟਰੈਕਟ ਥਿੰਕਿੰਗ, ਠੀਕ ਹੈ। 4 ਆਪਸ਼ਨਸ ਨੇ, ਵੈਸੇ ਕੁਝ ਵੀ ਕਹਿ ਲਓ, ਸਮ ਪੀਪਲ ਕਾਂਟ ਫੋਕਸ, ਇਹ ਵੀ ਨਿਮੋਨਿਕ ਹੈ, ਵੈਸੇ ਤਾਂ ਕਾਫੀ ਪੁਰਾਣਾ ਨਿਮੋਨਿਕ ਹੈ। SPCF ਕੁਝ ਹੋਰ ਬਣਾ ਸਕਦੇ ਹੋ ਤੁਸੀਂ ਤਾਂ ਬਣਾ ਲਓ ਜਿਹੜਾ ਤੁਹਾਨੂੰ ਠੀਕ ਲੱਗਦਾ, ਠੀਕ ਹੈ। ਤਾਂ 4 ਨੇ, ਇਹਦਾ ਜੀ ਆਨਸਰ ਆ ਜਾਊਗਾ B ਫਾਰਮਲ, ਕਿਉਂਕਿ ਜਿਹੜੀ ਫਾਰਮਲ ਆਪਰੇਸ਼ਨਲ ਸਟੇਜ ਹੈ ਸਭ ਤੋਂ ਲਾਸਟ ਸਟੇਜ ਹੁੰਦੀ ਹੈ ਜੀਨ ਪਿਆਜੇ ਦੀ ਥਿਊਰੀ ਦੀ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਹੈ, ਅਗਰ ਆਪਾਂ ਕੰਕਰੀਟ ਦੀ ਗੱਲ ਕਰਦੇ ਹਾਂ ਨਾ, S ਫॉर ਸੈਂਸਰੀ ਮੋਟਰ, P ਫॉर ਪ੍ਰੀ ਆਪਰੇਸ਼ਨਲ। ਕੰਕਰੀਟ ਦੇ ਵਿੱਚ ਨਾ ਬੱਚੇ ਦੇ ਵਿੱਚ ਕੰਕਰੀਟ ਥਿੰਕਿੰਗ ਆਊਗੀ, ਮਤਲਬ ਬੱਚਾ ਹਲੇ ਜਿਹੜੀ ਚੀਜ਼ਾਂ ਹੈ ਉਹਨੂੰ ਦੇਖ ਕੇ ਹੀ ਸਮਝ ਰਿਹਾ, ਠੀਕ ਹੈ। ਬਟ ਵਿਦ ਦ ਏਜ, ਕਹਿ ਸਕਦੇ ਵਿਦ ਦ ਟਾਈਮ, ਜਦੋਂ ਉਹਦੇ ਵਿੱਚ ਫਾਰਮਲ ਸਟੇਜ ਦੇ ਵਿੱਚ ਆ ਗਿਆ, ਇੱਥੇ ਬੱਚੇ ਦੇ ਵਿੱਚ ਐਬਸਟਰੈਕਟ ਥਿੰਕਿੰਗ ਹੈ ਨਾ ਜਿਹੜੀ, ਉਹ ਡਿਵੈਲਪ ਹੋਣ ਲੱਗ ਜੂਗੀ ਹੌਲੀ ਹੌਲੀ, ਠੀਕ ਹੈ। ਫਿਰ ਕੀ ਹੋਊਗਾ, ਇਮੈਜੀਨੇਸ਼ਨ ਕਰਨੀ ਸ਼ੁਰੂ ਕਰ ਦੂਗਾ, ਫਿਰ ਉਹਦੀਆਂ ਇਹ ਚੀਜ਼ਾਂ ਸਟਰੋਂਗ ਹੋ ਜਾਣਗੀਆਂ। ਉਹਨੂੰ ਬਲੌਕਸ ਯੂਜ਼ ਕਰਕੇ, ਉਹਦਾ ਚਲੋ ਕਾਫੀ ਵੱਡਾ ਹੋ ਗਿਆ ਬੱਚਾ, ਕੋਈ ਵੀ ਚੀਜ਼ ਦੀ ਜ਼ਰੂਰਤ ਨਹੀਂ ਪਊਗੀ, ਆਪਣੇ ਆਪ ਚੀਜ਼ਾਂ ਨੂੰ ਇਮੈਜਿਨ ਕਰਨਾ, ਕਿਉਂਕਿ ਉਹ ਲੌਜੀਕਲੀ ਸੋਚਣ ਲੱਗ ਜੂਗਾ, ਇੱਕ ਰੈਸ਼ਨਲ ਥਿੰਕਿੰਗ ਆ ਜਾਊਗੀ ਉਹਦੇ ਮਾਈਂਡ ਦੇ ਵਿੱਚ, ਇਮੈਜੀਨੇਸ਼ਨ ਦੇ ਥਰੂ ਸੋਚਣਾ ਸ਼ੁਰੂ ਕਰ ਦਿੰਦਾ ਬੱਚਾ, ਠੀਕ ਹੈ। ਤਾਂ ਇਹ ਚੀਜ਼ ਹੋ ਗਈ। ਤਾਂ ਫਿਰ ਇਹ ਕਨਸੈਪਟ ਰਹੂਗਾ ਇਹਦਾ ਕੰਕਰੀਟ ਤੇ ਜਿਹੜੀ ਨਹੀਂ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਇੱਦਾਂ ਵੀ ਪੁੱਛ ਸਕਦੇ ਨੇ ਹੁਣ, ਠੀਕ ਹੈ। ਚਲੋ ਇੱਥੇ ਇਹਨਾਂ ਨੇ ਪੁੱਛਿਆ ਕਿ ਐਬਸਟਰੈਕਟ ਥਿੰਕਿੰਗ ਕਿਹਦੇ ਥਰੂ ਹੋ ਰਹੀ ਹੈ, ਠੀਕ ਹੈ ਨਾ। ਬਟ ਅਗਰ ਉਹਨਾਂ ਨੇ ਇਹ ਪੁੱਛਿਆ ਹੁੰਦਾ ਕਿ ਇੱਕ ਬੱਚਾ ਲੌਜੀਕਲੀ ਸੋਚ ਰਿਹਾ, ਜਦੋਂ ਉਹ ਸੋਚ ਰਿਹਾ ਅਗਰ ਅਬਾਊਟ ਦ ਕੰਕਰੀਟ ਕਨਸੈਪਟ, ਮਤਲਬ ਉਹ ਜਿਹੜੇ ਦੇਖ ਪਾ ਰਹੇ, ਤਾਂ ਉਹ ਫਿਰ ਆ ਜਾਣਗੇ ਕੰਕਰੀਟ ਆਪਰੇਸ਼ਨਲ ਸਟੇਜ ਦੇ ਵਿੱਚ। ਦੇਖੋ ਤੁਹਾਨੂੰ ਸਿੰਪਲ ਕੁਐਸਚਨ ਨਹੀਂ ਆਉਣਗੇ, ਜਿਵੇਂ ਹੁਣ 4 ਸਟੇਜਸ ਨੇ ਜੀਨ ਪਿਆਜੇ ਦੀਆਂ, ਕੁਝ ਇੰਪੋਰਟੈਂਟ ਕਨਸੈਪਟ ਨੇ, ਠੀਕ ਹੈ। ਜਿਵੇਂ ਆਪਾਂ ਅਗਰ ਗੱਲ ਕਰ ਲਈ, ਜਿਵੇਂ ਸੈਂਸਰੀ ਮੋਟਰ ਦੇ ਵਿੱਚ ਤੁਹਾਨੂੰ ਮੈਂ ਪੜ੍ਹਾਇਆ ਸੀ ਪਹਿਲਾਂ, ਅਗਰ ਤੁਹਾਡੇ ਯਾਦ ਹੋਵੇ, ਠੀਕ ਹੈ। ਆਬਜੈਕਟ ਪਰਮਾਨੈਂਸੀ ਹੋ ਗਿਆ, ਠੀਕ ਹੈ, ਐਨੀਮਿਜ਼ਮ ਹੋ ਗਿਆ, ਇਹ ਸਾਰੇ ਕੁਝ ਕਨਸੈਪਟ ਨੇ ਜੋ ਬਹੁਤ ਇੰਪੋਰਟੈਂਟ ਨੇ, ਠੀਕ ਹੈ, ਅਗਰ ਗੱਲ ਕੀਤੀ ਜਾਵੇ, ਠੀਕ ਹੈ। ਤਾਂ ਫਿਰ ਇਹਨਾਂ ਦੇ ਉੱਪਰ ਹੀ ਜ਼ਿਆਦਾ ਅਗਰ ਮੈਂ ਗੱਲ ਕਰਾਂ ਕੁਐਸਚਨਸ ਪੁੱਛਣ ਦੀ ਪੋਸੀਬਿਲਿਟੀਜ਼ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਸਿੰਪਲ ਤਾਂ ਆਉਂਦਾ ਨਹੀਂ, ਜਾਂ ਫਿਰ ਉਹ ਪਤਾ ਕਿੱਦਾਂ ਕੁਐਸਚਨ ਪੁੱਛਦੇ ਨੇ PS ਟੈਟ ਵਾਲੇ, ਉਹਦੇ ਵਿੱਚ ਕਿ ਜਿਵੇਂ ਹੁਣ ਤੁਹਾਨੂੰ ਇਹ ਐਗਜ਼ਾਮਪਲ ਪਤਾ ਹੈ, ਜਿਵੇਂ ਹੁਣ ਤੁਹਾਨੂੰ ਸਪੋਜ਼ ਆਪਾਂ ਐਗਜ਼ਾਮਪਲ ਲੈਣਾ, ਆਬਜੈਕਟ ਪਰਮਾਨੈਂਸੀ ਪਤਾ ਹੈ, ਕੋਈ ਵੀ ਕਨਸੈਪਟ ਬਾਰੇ ਪਤਾ ਹੈ, ਉਹ ਇੱਕ ਐਗਜ਼ਾਮਪਲ ਦੇ ਦੇਣਗੇ, ਫਿਰ ਪੁੱਛਣਗੇ ਕਨਸੈਪਟ ਕਿਹੜਾ, ਠੀਕ ਹੈ। ਜਿਵੇਂ ਸਪੋਜ਼ ਤੁਹਾਨੂੰ ਇੱਕ ਐਗਜ਼ਾਮਪਲ ਦੇਤੀ, ਕੋਈ ਐਗਜ਼ਾਮਪਲ ਦੇ ਕੇ ਕਹਿ ਰਹੇ ਨੇ ਕਿ ਬੱਚੇ ਇਮੈਜੀਨੇਸ਼ਨ ਦੇ ਥਰੂ ਚੀਜ਼ਾਂ ਕਰ ਰਹੇ ਆ, ਠੀਕ ਹੈ। ਕੋਈ ਵੀ SST ਦਾ ਮੈਪ ਜਾਂ ਕੋਈ ਐਗਜ਼ਾਮਪਲ ਦੇਤੀ, ਤਾਂ ਫਿਰ ਤੁਹਾਨੂੰ ਪਤਾ ਲੱਗ ਜੂਗਾ ਐਗਜ਼ਾਮਪਲ ਦੇ ਥਰੂ, ਅਗਰ ਤੁਹਾਡੇ ਕਨਸੈਪਟ ਯਾਦ ਹੋਊਗਾ ਫਿਰ ਹੀ ਤੁਸੀਂ ਮਤਲਬ ਮਾਰਕ ਕਰ ਪਾਓਗੇ ਸਹੀ ਆਨਸਰ। ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ, ਵਿਚ ਇਜ਼ ਟਰੂਥ ਅਮੰਗ ਦ ਫੋਲੋਇੰਗ। ਇਹ ਸਭ ਦੇ ਵਿੱਚੋਂ ਦੀ ਟਰੂਥ ਕਿਹੜਾ, ਸਹੀ ਕਿਹੜਾ ਤੁਹਾਨੂੰ ਲੱਗ ਰਿਹਾ ਆਨਸਰ। ਪਹਿਲਾ, ਇਮੋਸ਼ਨਸ ਇੰਕਰੀਜ਼ ਆਰ ਐਜੂਕੇਸ਼ਨ। ਜਿਹੜਾ ਇਮੋਸ਼ਨਸ ਨੇ ਉਹ ਐਜੂਕੇਸ਼ਨ ਨੂੰ ਇੰਕਰੀਜ਼ ਕਰਦੇ ਨੇ, ਠੀਕ ਹੈ। ਇਮੋਸ਼ਨਸ ਟੇਕ ਐਜੂਕੇਸ਼ਨ ਇਨ ਨੇਚਰ, ਐਜੂਕੇਸ਼ਨ ਨੂੰ ਨੇਚਰ ਦੇ ਵਿੱਚ ਲੈਂਦੇ ਨੇ, ਠੀਕ ਹੈ। ਇਮੋਸ਼ਨਸ ਡੋਂਟ ਇਫੈਕਟ, ਇੱਥੇ ਮਿਸ ਹੋ ਗਿਆ, ਠੀਕ ਹੈ, ਇਫੈਕਟ ਨਹੀਂ ਕਰਦੇ। ਇਮੋਸ਼ਨਸ ਇੰਕਰੀਜ਼ ਇਨ ਆਰ ਨੇਚਰ ਆਫ ਐਜੂਕੇਸ਼ਨ, ਸੌਰੀ ਇਹ ਆਪਸ਼ਨ ਬਿਲਕੁਲ ਠੀਕ ਆਊਗੀ। ਇਮੋਸ਼ਨਸ ਇੰਕਰੀਜ਼ ਇਨ ਆਰ ਨੇਚਰ ਆਫ ਐਜੂਕੇਸ਼ਨ, ਕਿ ਆਪਣਾ ਜਿਹੜਾ ਐਜੂਕੇਸ਼ਨ ਦਾ ਨੇਚਰ ਉਹਦੇ ਵਿੱਚ ਇੰਕਰੀਜ਼ ਕਰਨਾ, ਠੀਕ ਹੈ। ਇਹ ਚੀਜ਼ ਨਹੀਂ ਹੋ ਸਕਦੀ ਕਿ ਇਮੋਸ਼ਨ ਟੇਕ ਐਜੂਕੇਸ਼ਨ ਇਨ ਨੇਚਰ, ਉਹਨੂੰ ਇਹ ਤੋਂ ਕੋਈ ਗੱਲਬਾਤ ਨਹੀਂ ਨਾ ਬਣੀ, ਠੀਕ ਹੈ। ਤੇ ਹੁਣ ਇੱਥੇ ਇੱਕ ਚੀਜ਼ ਮਿਸਿੰਗ ਹੈ, ਡੋਂਟ ਇਫੈਕਟ ਦ ਨੇਚਰ ਆ ਜਾਊਗਾ ਸ਼ਾਇਦ, ਡੋਂਟ ਇਫੈਕਟ ਦ ਐਜੂਕੇਸ਼ਨ ਇੱਦਾਂ ਨਹੀਂ ਹੈ, ਠੀਕ ਹੈ, ਕਿਉਂਕਿ ਇਮੋਸ਼ਨਲ ਇੰਟੈਲੀਜੈਂਸ ਵੀ ਹੁੰਦੀ ਹੈ, ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਸੀ। ਇੱਕ ਨੋਰਮਲ ਇੰਟੈਲੀਜੈਂਸ ਹੋ ਗਈ, ਕੋਗਨੀਟਿਵ ਬੋਲਦੇ ਹਾਂ ਜਿਹਨੂੰ ਆਪਾਂ, ਕੋਗਨੀਟਿਵ ਇੰਟੈਲੀਜੈਂਸ ਹੁੰਦੀ, ਇੱਕ ਹੁੰਦੀ ਇਮੋਸ਼ਨਲ ਇੰਟੈਲੀਜੈਂਸ, ਠੀਕ ਹੈ। ਇਮੋਸ਼ਨ ਹੈ ਜਿਹੜੀ ਉਹ ਫਰਕ ਪਾਉਂਦੀ ਹੈ,
ਬਿਲਕੁਲ ਪਾਉਂਦੀ ਹੈ, ਕਿਉਂਕਿ ਜਿਹੜੀ ਇਮੋਸ਼ਨਲ ਐਜੂਕੇਸ਼ਨ ਹੁੰਦੀ ਸੌਰੀ ਇਮੋਸ਼ਨਲ ਦੇਖੋ ਬੰਦੇ ਦੇ ਵਿੱਚ ਨਾ ਕੋਈ ਪਰਸਨ ਹੈ, ਉਹਦੇ ਵਿੱਚ ਕੋਗਨੀਟਿਵ ਇੰਟੈਲੀਜੈਂਸ ਹੈ, ਠੀਕ ਹੈ। ਕੋਗਨੀਟਿਵ ਇੰਟੈਲੀਜੈਂਸ ਤਾਂ ਹੈਗੀ ਹੈ। ਕੋਗਨੀਟਿਵ ਮਤਲਬ ਕੋਗਨੀਸ਼ਨ, ਦਿਮਾਗ ਵਾਲੀ, ਮਤਲਬ ਉਹ ਵੈਸੇ ਤੇਜ਼ ਦਿਮਾਗ ਹੈ ਉਹਦਾ। ਅਗਰ ਗੱਲ ਕਰੀਏ ਇੰਟੈਲੀਜੈਂਸੀ ਦੀ ਗੱਲ ਆ ਜਾਂਦੀ ਹੈ, ਠੀਕ ਹੈ। ਹਰੇਕ ਪਰਸਨ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਕੋਗਨੀਟਿਵ ਦੇ ਨਾਲ ਨਾਲ ਇਮੋਸ਼ਨਲ ਇੰਟੈਲੀਜੈਂਸ ਹੋਣੀ ਬਹੁਤ ਜ਼ਰੂਰੀ ਹੈ, ਠੀਕ ਹੈ। ਔਰ ਇਮੋਸ਼ਨਲ ਇੰਟੈਲੀਜੈਂਸ ਜਿਹੜੀ ਹੈ ਇਹਨੂੰ ਐਜ਼ ਅ ਬੈਰੀਅਰ ਕਦੇ ਵੀ ਨਹੀਂ ਰੱਖਣਾ ਆਪਦੀ ਲਾਈਫ 'ਚ। ਅਗਰ ਇਹ ਤੋਂ ਇੱਕ ਥੋੜ੍ਹਾ ਟੌਪਿਕ ਤੋਂ ਹਟ ਕੇ ਵੀ ਗੱਲ ਕਰੀਏ ਆਪਾਂ, ਨੋਟ ਹਟ ਕੇ, ਕਿ ਜਿਹੜੇ ਇਮੋਸ਼ਨਸ ਹੁੰਦੇ ਨੇ ਨਾ, ਹੁਣ ਅਗਰ ਇਹ ਗੱਲ ਕਰੀ ਇਮੋਸ਼ਨਲ ਇੰਟੈਲੀਜੈਂਸ ਹੋਣਾ ਜ਼ਰੂਰੀ ਹੈ, ਕਿਉਂਕਿ ਇਮੋਸ਼ਨਲ ਇੰਟੈਲੀਜੈਂਸ ਇੱਕ ਤਾਂ ਹੁੰਦੀ ਇੰਟਰਾ, ਮਤਲਬ ਖੁਦ ਨੂੰ ਸਮਝਣਾ ਕਿ ਤੁਸੀਂ ਖੁਦ ਨੂੰ ਜਾਣ ਪਾ ਰਹੇ ਹੋ। ਇਹ ਚੀਜ਼ ਹਮੇਸ਼ਾ ਏਜ ਨਾਲ ਅਤੇ ਹਮੇਸ਼ਾ ਐਕਸਪੀਰੀਅੰਸ ਨਾਲ ਆਊਗੀ। ਆਪ ਖੁਦ ਨੂੰ ਜਾਣਨਾ ਤੁਸੀਂ ਛੋਟੀ ਜਿਹੀ ਏਜ ਦੇ ਵਿੱਚ ਹੀ, ਜ਼ਰੂਰੀ ਨਹੀਂ, ਚਲੋ ਐਕਸਪੀਰੀਅੰਸ 'ਤੇ ਵੀ ਡਿਪੈਂਡ ਕਰਦਾ ਹੈ, ਬਹੁਤ ਜਲਦੀ ਖੁਦ ਨੂੰ ਨਹੀਂ ਜਾਣ ਪਾਉਂਦੇ, ਠੀਕ ਹੈ। ਇਹ ਚੀਜ਼ਾਂ ਨੂੰ ਨਾ ਟਾਈਮ ਲੱਗਦਾ ਹੁੰਦਾ। ਕਈ ਵਾਰ ਇੱਕ ਅਗਰ ਮੈਂ ਐਗਜ਼ਾਮਪਲ ਦੇਵਾਂ, ਤੁਸੀਂ ਕਿਸੇ ਚੀਜ਼ ਨੂੰ ਲੈ ਕੇ ਸਟ੍ਰੈਸਡ ਹੋ, ਠੀਕ ਹੈ, ਜਾਂ ਤੁਹਾਨੂੰ ਐਵੇਂ ਫਾਲਤੂ ਤੋਂ ਗੁੱਸਾ ਆ ਰਿਹਾ, ਉਹਦਾ ਕੋਈ ਰੀਜ਼ਨ ਹੁੰਦਾ ਕੋਈ ਨਾ ਕੋਈ, ਐਵੇਂ ਬੇਫਾਲਤੂ ਦਾ ਨਹੀਂ ਆਉਂਦਾ, ਤਾਂ ਉਹ ਤੁਹਾਨੂੰ ਥੋੜ੍ਹੇ ਜਿਹੇ ਟਾਈਮ 'ਚ ਹੀ ਪਤਾ ਲੱਗ ਜਾਂਦਾ ਕਿ ਮੈਨੂੰ ਗੁੱਸਾ ਆਇਆ ਕਿਉਂ, ਕੁਐਸਚਨ ਮਾਰਕ, ਠੀਕ ਹੈ। ਅਗਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਕਿ ਯਾਰ ਮੈਨੂੰ ਆ ਕਿਉਂ ਰਿਹਾ, ਇਹਦਾ ਮਤਲਬ ਤੁਸੀਂ ਖੁਦ ਨੂੰ ਨਹੀਂ ਜਾਣਦੇ, ਠੀਕ ਹੈ। ਐਵੇਂ ਬੇਫਾਲਤੂ ਦਾ ਨਹੀਂ ਆਉਂਦਾ ਹੁੰਦਾ, ਕੋਈ ਨਾ ਕੋਈ ਜ਼ਰੂਰ ਰੀਜ਼ਨ ਹੁੰਦਾ। ਤਾਂ ਉਹ ਚੀਜ਼ ਹੁੰਦੀ ਇਮੋਸ਼ਨਲ, ਮਤਲਬ ਕਿਤੇ ਕਾਰਨਰ ਆਫ ਮਾਈਂਡ 'ਤੇ ਪਿਆ ਹੁੰਦਾ, ਚਾਹੇ ਆਪਾਂ ਨੂੰ ਨਾ ਪਤਾ ਹੋਵੇ, ਜੇ ਨਹੀਂ ਪਤਾ ਮਤਲਬ ਖੁਦ ਨੂੰ ਨਹੀਂ ਤੁਸੀਂ ਜਾਣਦੇ। ਇੱਕ ਐਗਜ਼ਾਮਪਲ ਦੱਸ ਰਹੀ ਹਾਂ ਤੁਹਾਨੂੰ ਮੈਂ ਇਹ, ਤਾਂ ਇਹ ਚੀਜ਼ ਹੁੰਦੀ ਹੈ ਕਿ ਖੁਦ ਨੂੰ ਜਾਣਨਾ। ਹੁਣ ਇਮੋਸ਼ਨਲ ਇੰਟੈਲੀਜੈਂਸ ਦੇ ਵਿੱਚ ਇੰਟਰ ਵੀ ਆ ਜਾਂਦੀ ਹੈ। ਇੰਟਰ ਮਤਲਬ ਕਿਸੇ ਹੋਰ ਪਰਸਨ ਦੇ ਇਮੋਸ਼ਨਸ ਨੂੰ ਉਹ ਕਰਨਾ, ਠੀਕ ਹੈ। ਬਟ ਇਹ ਚੀਜ਼ ਨੂੰ ਐਜ਼ ਅ ਬੈਰੀਅਰ ਕਦੇ ਵੀ ਨਹੀਂ ਲੈ ਕੇ ਆਉਣਾ ਆਪਣੀ ਲਾਈਫ 'ਚ। ਇੱਦਾਂ ਨਹੀਂ ਹੈਗਾ ਕਿ ਡਿਸੀਜ਼ਨਸ ਇਮੋਸ਼ਨਲੀ ਲੈਣੇ ਨੇ, ਗਲਤ ਹੈ। ਡਿਸੀਜ਼ਨਸ ਹਮੇਸ਼ਾ ਲਾਈਫ 'ਚ ਪ੍ਰੈਕਟੀਕਲੀ ਲਓ, ਇਮੋਸ਼ਨਸ ਨੂੰ ਸਾਈਡ 'ਤੇ ਹਟ ਕੇ, ਉਦੋਂ ਹੀ ਕਾਮਯਾਬ ਹੋਵੋਗੇ, ਵਰਨਾ ਦਿੱਕਤ ਵਾਲਾ ਕੰਮ ਹੈ, ਠੀਕ। ਇਹ ਚੀਜ਼ ਹੈ, ਬਿਲਕੁਲ ਠੀਕ ਹੈ ਜੀ। ਇਹ ਜਿਹੜੀ ਆਪਸ਼ਨ ਹੈ ਡੀ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਲਰਨਿੰਗ। ਕਹਿੰਦੇ ਹੁਣ ਇਹਦੇ ਵਿੱਚੋਂ ਕਿਹੜੀ ਜਿਹੜੀ ਸਟੇਟਮੈਂਟ ਹੈ ਬਿਲਕੁਲ ਠੀਕ ਹੈ ਲਰਨਿੰਗ ਨੂੰ ਲੈ ਕੇ, ਠੀਕ ਹੈ। ਤਾਂ ਤੁਸੀਂ ਦੱਸੋਗੇ ਲਰਨਿੰਗ ਇਜ਼ ਫੰਡਾਮੈਂਟਲੀ ਅ ਮੈਂਟਲ ਐਕਟੀਵਿਟੀ। ਲਰਨਿੰਗ ਇੱਕ ਪੂਰੀ ਹੀ ਮੈਂਟਲ ਐਕਟੀਵਿਟੀ ਹੈ। ਤਾਂ 4 ਆਪਸ਼ਨਸ ਨੇ, ਦੱਸੋ ਤੁਹਾਨੂੰ ਕਿਹੜਾ ਸਹੀ ਲੱਗ ਰਿਹਾ। ਦੇਖੋ error made by children indicate the no learning has taken place। ਜਦੋਂ ਗਲਤੀਆਂ ਕਰਦੇ ਹੋ ਨਾ, ਇਹਦਾ ਮਤਲਬ ਹੈ ਕਿ ਬੱਚੇ ਨੇ ਲਰਨਿੰਗ ਹੀ ਨਹੀਂ ਕਰੀ, ਐਵੇਂ ਥੋੜੀ ਹੈ, ਠੀਕ ਹੈ। ਇਹ ਚੀਜ਼ ਨਹੀਂ ਹੋ ਸਕਦੀ, ਕਿਉਂਕਿ ਹੁੰਦਾ ਕੀ ਹੈ, ਹੁੰਦਾ ਕੀ ਹੈ, ਜੇ ਤੁਸੀਂ ਨਾ ਗਲਤੀਆਂ ਨਾਲ ਹੀ ਆਪਾਂ ਕਹਿੰਦੇ ਨਾ ਬੰਦਾ ਸਿੱਖਦਾ, ਤਾਂ ਐਰਰ ਜੇ ਤੁਸੀਂ ਕਰ ਰਹੇ ਹੋ, ਇਹਦਾ ਮਤਲਬ ਐਵੇਂ ਨਹੀਂ ਹੈ ਕਿ ਤੁਸੀਂ ਪੜ੍ਹ ਨਹੀਂ ਰਹੇ, ਠੀਕ ਹੈ, ਜਾਂ ਤੁਸੀਂ ਲਰਨਿੰਗ ਨਹੀਂ ਕਰ ਰਹੇ। ਲਰਨਿੰਗ ਕਰਦੇ ਕਰਦੇ ਵੀ ਐਰਰਸ ਹੋ ਸਕਦੇ ਨੇ, ठीक है। वो बोलते हैं ना कि इंसान गलती का पुतला, पुतले से गलती होगी, हो सकती है भाई, गलती क्यों नहीं हो सकती, ठीक है। तो ये ऑप्शन इन्होंने पूछे कि बिल्कुल ठीक है, ठीक है। तो फिर लर्निंग इज इफेक्टिव इन एन एनवायरनमेंट दैट इज इमोशनली पॉजिटिव एंड सैटिस्फाइंग द लर्नर। कहते सिर्फ वही इन्वायरनमेंट ਦੇ ਵਿੱਚ ਇਫੈਕਟਿਵ ਹੁੰਦੀ ਹੈ ਜਿਹੜੀ ਇਮੋਸ਼ਨਲੀ ਪੋਜ਼ਿਟਿਵ ਹੋਵੇ ਤੇ ਸੈਟੀਸਫਾਈਂਗ ਹੋਵੇ, ਐਦਾਂ ਦਾ ਕੁਝ ਨਹੀਂ ਹੈ, ਠੀਕ ਹੈ। ਲਰਨਿੰਗ ਇਜ਼ ਨਾਟ ਇਫੈਕਟਡ ਬਾਈ ਇਮੋਸ਼ਨਲ ਫੈਕਟਰ ਐਟ ਐਨੀ ਸਟੇਜ ਆਫ ਲਰਨਿੰਗ। ਲਰਨਿੰਗ ਜਿਹੜੀ ਹੈਗੀ ਹੈ, आई थिंक मेरे अकॉर्डिंग सी है इस कंसेप्ट। सॉरी, लर्निंग इज नॉट इफेक्टेड बाय इमोशनल फैक्टर एट एनी स्टेज ऑफ लर्निंग। ये तो बिल्कुल वो है, इफेक्ट करती है लर्निंग का, ठीक है। मेरे अकॉर्डिंगली सी आंसर होना चाहिए। बाकी आप देख लेने, क्योंकि ऐसा नहीं है कि लर्निंग सिर्फ मेंटल एक्टिविटी है, ठीक है, या फिर एरर मेड बाय चिल्ड्रन इंडिकेट द नो लर्निंग। ये ऑप्शंस तो हो नहीं सकती, मेरे अकॉर्डिंगली भी सी लग रहा है, क्योंकि लर्निंग एक इफेक्टिव होंदा है, ठीक है। क्योंकि इमोशनल आप कह सकते हैं इन्वायरमेंट इमोशनल पॉजिटिव तो सैटिस्फाई होना चाहिए, उत्थे ज़्यादा लर्निंग इफेक्टिवली होगी। तो डी नहीं, तो सी आंसर आऊगा। डी नहीं आ सकता। डी क्यों नहीं आ सकता, क्योंकि इन्होंने सीधा साफ बोलता कि इमोशनल फैक्टर ने ना किसी भी स्टेज से इफेक्ट नहीं करते लर्निंग नूं। क्यों नहीं करते, करते ने, बिल्कुल करते हैं। तो इसका आंसर सी आऊगा, ठीक है। कि लर्निंग बिल्कुल मतलब ये थोड़ा पता है ना, जो पॉजिटिवली अगर गल करिए सैटिस्फैक्शन की गल करते हैं या पॉजिटिव इन्वायरमेंट की गल करते हैं, उत्थे अगर गल करिए ना लर्निंग इफेक्टिव होगी। क्यों नहीं होगी अगर पॉजिटिव इन्वायरमेंट मिल रहा है, ठीक है। तो वही चीज़ लर्निंग बारे पूछी है, तो ये बिल्कुल करैक्ट आंसर सी आऊगा, डी नहीं आऊगा, ठीक। तो ये करैक्ट करवा दूंगी मैं। अगे चलते नैक्सट क्वेश्चन के विच। कहते विच स्टेटमेंट इज राइट अमंग द फॉलोइंग। 4 ऑप्शनस ने, इन्हां दे विचों किहड़ी तुहानूं बिल्कुल करैक्ट लग रही है तुसीं दसोगे, ठीक है। तो जल्दी दसो तुहानूं की लग रहा है आंसर। सोशलाइजेशन डिडंट इफेक्ट द इंडिविजुअल डिवेलपमेंट। कहते सोशलाइजेशन इंडिविजुअल द डिवेलपमेंट इफेक्ट ही नहीं करता। पहली चीज़ यह है, ठीक है। देयर इज सिमिलैरिटी इन सिविलाइजेशन इन स्पाइट ऑफ दीज देयर इज अ लॉट ऑफ डिस्क्रिमिनेशन इन सोसाइटी।
ਦੇਖੋ ਇਹ ਆਪਸ਼ਨ ਦੇ ਵਿੱਚ ਕੀ ਹੈ, ਕਹਿੰਦੇ ਸਿਮਿਲੈਰਿਟੀ ਹੈ ਸਿਵਲਾਈਜੇਸ਼ਨ ਦੇ ਵਿੱਚ, ਇਨ ਸਪਾਈਟ ਆਫ ਦਿਸ देयर इज अ लॉट ऑफ, ਫਿਰ ਵੀ ਡਿਸਕ੍ਰਿਮੀਨੇਸ਼ਨ ਹੈ, ਫਿਰ ਵੀ ਡਿਸਕ੍ਰਿਮੀਨੇਸ਼ਨ ਬਹੁਤ ਜ਼ਿਆਦਾ ਹੈ ਸੋਸਾਇਟੀ ਦੇ ਵਿੱਚ। ਐਜ਼ ਅ ਰਿਜ਼ਲਟ ਆਫ ਸਕਸੈਸਫੁਲ ਸੋਸਾਇਟੀ देयर इज अ सिमिलैरिटी इन सोसाइटी इज रिजल्ट ऑफ गुड सोशलाइजेशन। ਕਹਿੰਦੇ ਸਕਸੈਸਫੁਲ ਸੋਸਾਇਟੀ ਤਾਂ ਹੈ, ਕਹਿੰਦੇ ਪਰ ਸੋਸਾਇਟੀ ਦੇ ਵਿੱਚ ਬਹੁਤ ਸਾਰੀ ਸਿਮਿਲੈਰਿਟੀਜ਼ ਨੇ, ਠੀਕ ਹੈ, ਜਿਹਦੇ ਕਰਕੇ ਕੀ ਹੈ ਗੁੱਡ सोशलाइजेशन है, यही ਇਹਦਾ ਆਨਸਰ ਹੈ। ਇਨ ਇੰਡੀਆ ਸੋਸ਼ਲਾਈजेशन ਪ੍ਰੋਸੈਸਿੰਗ ਆਫ ਗਰਲ ਐਂਡ ਬॉयਜ਼ ਆਰ ਸੇਮ, ਬਿਲਕੁਲ ਗਲਤ ਹੈ ਆਪਣੇ ਇੰਡੀਆ ਦੇ ਵਿੱਚ ਨਾ। ਇਹਨਾਂ ਨੇ ਕਹਿਤਾ ਗਰਲ ਤੇ ਬॉयਜ਼ ਦੋਨਾਂ ਦੀ ਸੇਮ ਤਰੀਕੇ ਨਾਲ ਸੋਸ਼ਲਾਈजेशन ਹੁੰਦੀ ਹੈ, ਐਦਾਂ ਨਹੀਂ ਹੁੰਦਾ, ਠੀਕ ਹੈ, ਸੇਮ ਤਰੀਕੇ ਨਾਲ ਨਹੀਂ ਹੁੰਦੀ ਸੋਸ਼ਲਾਈजेशन, ਠੀਕ ਹੈ। ਡਿਵੈਲਪਮੈਂਟ ਹਰ ਇੱਕ ਦੀ ਅਲੱਗ-ਅਲੱਗ ਤਰੀਕੇ ਨਾਲ ਹੋਊਗੀ, ਅਲੱਗ-ਅਲੱਗ ਤਰ੍ਹਾਂ ਦਾ ਇਨਵਾਇਰਨਮੈਂਟ ਮਿਲੇਗਾ, ਕਿਉਂਕਿ ਯਾਰ ਇੰਡੀਵਿਜੂਅਲ ਡਿਫਰੈਂਸਸ ਦਾ ਕਨਸੈਪਟ ਤੋਂ ਗਾਇਬ ਹੀ ਕਰਤੀ ਹੈ ਭਾਈ। ਇੰਡੀਵਿਜੂਅਲ ਡਿਫਰੈਂਸ ਕੀ ਹੁੰਦਾ ਹੈ? ਇੰਡੀਵਿਜੂਅਲ ਡਿਫਰੈਂਸਸ ਉਹੀ ਹੁੰਦੇ ਨੇ ਕਿ ਹਰੇਕ ਇੰਡੀਵਿਜੂਅਲ ਦੇ ਵਿੱਚ ਕੋਈ ਨਾ ਕੋਈ ਡਿਫਰੈਂਸ ਹੁੰਦੇ ਨੇ, मतलब ਈਵਨ ਟਵਿਨਸ ਆਰ ਨਾਟ ਅਲਾਈਕ, ਟਵਿਨਸ ਵੀ ਆਪਸ ਦੇ ਵਿੱਚ ਸੇਮ ਨਹੀਂ ਹੁੰਦੇ, ਉਹਨਾਂ ਦਾ ਕੋਈ ਨਾ ਕੋਈ ਨੇਚਰ ਦਾ ਫਰਕ ਹੋਊਗਾ, ਠੀਕ ਹੈ। ਤਾਂ ਇਹ ਚੀਜ਼ ਹੋਗੀ, ਤਾਂ ਫਿਰ ਇਹ ਉਹੀ ਗੱਲ ਬੋਲ ਰਹੇ ਨੇ ਕਿ ਅਗਰ ਸੋਸ਼ਲਾਈਜੇਸ਼ਨ ਦੀ ਗੱਲ ਵੀ ਕਰਦੇ ਆ ਨਾ, ਹਰੇਕ ਬੰਦੇ ਦਾ ਨਾ ਨੇਚਰ ਅਲੱਗ-ਅਲੱਗ ਹੁੰਦਾ, ਕਿਉਂਕਿ ਅਲੱਗ-ਅਲੱਗ ਇਨਵਾਇਰਨਮੈਂਟ ਤੋਂ ਅਗਰ ਆਪਾਂ ਗੱਲ ਕਰੀਏ, ਠੀਕ ਹੈ, ਜਾਂ ਹੈਰੀਡਿਟੀ ਵੀ ਇੱਕ ਰੋਲ ਪਲੇ ਕਰਦੀ ਹੈ। ਪੜ੍ਹਿਆ ਸੀ ਆਪਾਂ ਕਿ ਡਿਵੈਲਪਮੈਂਟ ਜਿਹੜੀ ਹੁੰਦੀ ਹੈ ਨਾ, ਡਿਵੈਲਪਮੈਂਟ ਅਗਰ ਮੈਂ ਤੁਹਾਨੂੰ ਗੱਲ ਦੱਸਾਂ, ਡਿਵੈਲਪਮੈਂਟ ਦੇ ਬਹੁਤ ਸਾਰੇ ਪ੍ਰਿੰਸੀਪਲਸ ਨੇ। ਇੱਕ ਪ੍ਰਿੰਸੀਪਲ ਹੈ ਡਿਵੈਲਪਮੈਂਟ ਇਜ਼ ਪ੍ਰੋਡਕਟ ਆਫ ਹੈਰੀਡਿਟੀ ਐਂਡ ਇਨਵਾਇਰਨਮੈਂਟ, ਠੀਕ ਹੈ, ਕਿਉਂਕਿ ਹੈਰੀਡਿਟੀ ਤੇ ਇਨਵਾਇਰਨਮੈਂਟ ਦੋਨੋਂ ਹੀ ਰੋਲ ਪਲੇ ਕਰਨਗੇ ਡਿਵੈਲਪਮੈਂਟ ਦੇ ਵਿੱਚ, ਇਹ ਚੀਜ਼ ਹੈ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਫਿਰ ਅਲੱਗ-ਅਲੱਗ ਅਗਰ ਆਪਾਂ ਗੱਲ ਕਰੀਏ ਸੇਮ ਨਹੀਂ ਹੋ ਸਕਦੀ, ਠੀਕ ਹੈ। ਤੇ ਇੱਕ ਚੀਜ਼ ਹੋਰ, ਇੱਕ ਹੁੰਦਾ ਮੇਲ ਤੇ ਫੀਮੇਲ, ਠੀਕ ਹੈ, ਜਿਹੜਾ ਸੈਕਸ ਬੋਲਦੇ ਆਪਾਂ, ਠੀਕ ਹੈ, ਉਹ ਬਾਇਓਲੋਜੀਕਲ ਹੁੰਦਾ। ਅਗਰ ਗੱਲ ਕਰੀਏ ਬਾਇਓਲੋਜੀਕਲ ਟਰਮ ਹੈ, ਪਰ ਜੈਂਡਰ ਬਾਇਓਲੋਜੀਕਲ ਟਰਮ ਨਹੀਂ ਹੈ। ਜੈਂਡਰ ਟਰਮ ਸੋਸਾਇਟੀ ਨੇ ਖੁਦ ਨੇ ਬਣਾਈ ਹੈ ਕਿ ਜੈਂਡਰ ਦਾ ਮਤਲਬ ਸਮਝ ਰਹੇ ਹੋ, ਸੈਕਸ ਤੇ ਜੈਂਡਰ 'ਚ ਫਰਕ ਹੈ। ਜੈਂਡਰ ਤਾਂ ਬਾਇਓਲੋਜੀਕਲ ਗਰਲ ਤੇ ਬॉय ਹੋ ਗਿਆ, ਸੌਰੀ ਸੈਕਸ ਤਾਂ ਬਾਇਓਲੋਜੀਕਲ ਗਰਲ ਤੇ ਬॉय ਹੋ ਗਿਆ, ਬਟ ਜੈਂਡਰ ਦਾ ਮਤਲਬ ਹੋਊਗਾ ਕਿ ਅਗਰ ਨਾ ਸੋਸਾਇਟੀ ਜਿਹੜੀ ਚੀਜ਼ ਤੈਅ ਕਰਦੀ ਹੈ ਕਿ ਇਹ ਪਰਟੀਕੂਲਰ ਚੀਜ਼ਾਂ ਕੁੜੀਆਂ ਕਰਨਗੀਆਂ, ਠੀਕ ਹੈ, ਵੂਮੈਨ, ਤੇ ਇਹ ਪਰਟੀਕੂਲਰ ਚੀਜ਼ ਮੇਲ ਕਰਨਗੇ, ਮੈਨ, ਤਾਂ ਇਹ ਜਿਹੜੀ ਜੈਂਡਰ ਹੈ ਨਾ, ਫੀਮੇਲ ਤੇ ਮੇਲ, ਇਹ ਟਰਮ ਸੋਸਾਇਟੀ ਵੱਲੋਂ ਕ੍ਰੀਏਟ ਕਰੀ ਗਈ, ਕਿਉਂਕਿ ਸੋਸਾਇਟੀ ਡਿਸਾਈਡ ਕਰਦੇ ਕਿ ਹਾਂ ਚਲੋ ਕੁਝ ਇੱਕ ਐਗਜ਼ਾਮਪਲ ਲੈ ਰਹੇ ਹਾਂ ਵੈਸੇ ਕਿ ਖਾਣਾ ਕੁੜੀਆਂ ਬਣਾਉਣਗੀਆਂ, ਜਾਂ ਫਿਰ ਠੀਕ ਹੈ ਇੰਨੇ ਟਾਈਮ ਤੋਂ ਬਾਹਰ ਨਹੀਂ ਜਾ ਸਕਦੀਆਂ, ਇੰਨੇ ਟਾਈਮ ਤੋਂ ਬਾਅਦ ਬਾਹਰ ਨਹੀਂ ਜਾ ਸਕਦੀਆਂ, ਕੁਛ ਵੀ ਇੱਕ ਐਗਜ਼ਾਮਪਲ ਹੈ ਵੈਸੇ ਮੈਂ ਬੋਲ ਰਹੀ ਹਾਂ ਕਹਿਣ ਨੂੰ। ਤਾਂ ਇਹ ਚੀਜ਼ ਹੁੰਦੀ ਹੈ ਸੋਸਾਇਟੀ ਸੈੱਟ ਕਰਦੀ ਹੈ, ਠੀਕ ਹੈ, ਕਿ ਹਾਂ ਜੋਬ ਜ਼ਿਆਦਾਤਰ ਅੱਜ ਤਾਂ ਚਲੋ ਅੱਜ ਕੱਲ੍ਹ ਤਾਂ ਬਰਾਬਰ ਹੀ ਕਰ ਰਹੇ ਨੇ, ਬਟ ਇੱਕ ਗੱਲ ਹੈ ਕਿ ਇਹ ਚੀਜ਼ਾਂ ਬॉयਜ਼ ਕਰ ਸਕਦੇ ਨੇ, ਗਰਲਸ ਨਹੀਂ ਕਰ ਸਕਦੀਆਂ, ਗਰਲਸ ਕਰ ਸਕਦੇ ਨੇ, ਬॉयਜ਼ ਨਹੀਂ ਕਰ ਸਕਦੇ। ਇਹ ਸਾਰਾ ਟੈਗ ਹੈ ਜੋ ਜੈਂਡਰ ਸੋਸਾਇਟੀ ਵੱਲੋਂ ਹੀ ਲਾਇਆ ਗਿਆ, ਤੇ ਇਹ ਚੀਜ਼ ਹੁੰਦੀ ਹੈ, ਠੀਕ ਹੈ। ਤਾਂ ਇਹ ਚੀਜ਼ ਹੋ ਜੂਗੀ, ਤਾਂ ਫਿਰ ਇਹਦੇ ਵਿੱਚ ਬਿਲਕੁਲ ਠੀਕ ਆਪਸ਼ਨ ਹੈ ਕਿ ਸਕਸੈਸਫੁਲ ਸੋਸਾਇਟੀ ਅਗਰ ਹੈਗੀ ਹੈ, ਠੀਕ ਹੈ, ਸੋਸਾਇਟੀ 'ਚ ਬਹੁਤ ਸਾਰੀ ਸਿਮਿਲੈਰਿਟੀਜ਼ ਨੇ, ਬਹੁਤ ਸਾਰੀ ਚੀਜ਼ਾਂ ਸੇਮ ਨੇ, ਜਿਹੜਾ ਕਿ ਇੱਕ ਰਿਜ਼ਲਟ ਹੈ ਗੁੱਡ ਸੋਸ਼ਲਾਈਜੇਸ਼ਨ ਦਾ, ਠੀਕ ਹੈ। ਤੇ ਇਹਦਾ ਆਨਸਰ ਇਹੀ ਹੋਊਗਾ। ਅੱਗੇ ਚੱਲਦੇ ਹਾਂ, ਇਹ ਆਪਣਾ ਲਾਸਟ ਕੁਐਸਚਨ ਹੈ, ਤੇ ਇਸ ਤੋਂ ਬਾਅਦ ਆਪਾਂ ਟੈਕਸਟ ਬੁੱਕ ਵਾਲਾ ਕੁਐਸਚਨ ਵੀ ਕਰ ਲਾਂਗੇ, ਉਹਦਾ ਆਨਸਰ ਉਹ ਠੀਕ ਹੀ ਸੀ, ਠੀਕ ਹੈ। ਦੇਖੋ ਦ ਮੀਨਿੰਗ ਆਫ ਪਰਸਨਲਾਈਜ਼ਡ ਟੀਚਿੰਗ, ਪਰਸਨਲਾਈਜ਼ਡ ਟੀਚਿੰਗ ਦਾ ਕੀ ਮਤਲਬ ਹੋਇਆ, ਠੀਕ ਹੈ। ਮੈਂ ਆਪਸ਼ਨ ਸਾਈਡ ਤੇ ਹਟ ਜਾਂਦੀ ਹਾਂ। ਟੂ ਟੀਚ ਚਿਲਡਰਨ ਪਰਸਨੈਲਿਟੀ, ਬੱਚਿਆਂ ਦੀ ਪਰਸਨੈਲਿਟੀ ਨੂੰ ਟੀਚ ਕਰਨਾ, ਠੀਕ ਹੈ। ਟੂ ਗਿਵ ਟਿਊਸ਼ਨ ਇੰਡੀਵਿਜੂਅਲੀ ਮਤਲਬ ਕੱਲੇ ਬੱਚੇ ਨੂੰ ਟਿਊਸ਼ਨ ਦੇਣਾ, ਠੀਕ ਹੈ। ਟੂ ਟੀਚ ਚਿਲਡਰਨ ਐਜ਼ ਪਰ देयर एबिलिटीज़, ਇਹ ਚੀਜ਼ ਹੋ ਸਕਦੀ ਹੈ, ਇਹੀ ਆਨਸਰ ਹੈ ਕਿ ਹਾਂ ਬੱਚਿਆਂ ਨੂੰ ਉਹਨਾਂ ਦੀ ਐਬਿਲਿਟੀਜ਼ ਦੇ ਅਕੋਰਡਿੰਗਲੀ ਪੜ੍ਹਾਉਣਾ, ਠੀਕ ਹੈ, ਕਿ ਅਗਰ ਕਿੱਥੇ ਉਹਨਾਂ ਨੂੰ ਨਹੀਂ ਸਮਝ ਆ ਰਿਹਾ, ਠੀਕ ਹੈ, ਕਿਹੜਾ ਕਨਸੈਪਟ ਨਹੀਂ ਸਮਝ ਆ ਰਿਹਾ, ਦੁਬਾਰਾ ਰੈਪੀਟੀਸ਼ਨ ਦੀ ਜ਼ਰੂਰਤ ਹੈ, ਜਾਂ ਫਿਰ ਦੁਬਾਰਾ ਉਹ ਰਿਵੀਜ਼ਨ ਚਾਹੁੰਦੇ ਨੇ, ਠੀਕ ਹੈ, ਕਿਸੇ ਨੂੰ ਆ ਰਿਹਾ ਹੈ, ਕਿਸੇ ਨੂੰ ਜ਼ਿਆਦਾ ਨਹੀਂ ਆ ਰਿਹਾ, ਤਾਂ ਉਸ ਅਕੋਰਡਿੰਗਲੀ ਯਾਰ ਜੋ ਵੀ ਐਬਿਲਿਟੀਜ਼ ਨੇ ਨਾ, ਮਤਲਬ ਉਸ ਅਕੋਰਡਿੰਗਲੀ ਟੀਚ ਕਰਨਾ, ਠੀਕ ਹੈ। ਜਿੱਥੇ ਉਹਨਾਂ ਨੂੰ ਨਹੀਂ ਸਮਝ ਆ ਰਿਹਾ ਕਹਿ ਦਿਓ ਗੈਪ ਫਿਲ ਕਰਨਾ, ਉਹ ਚੀਜ਼ ਹੋ ਜੂਗੀ, ਠੀਕ ਹੈ। ਇੱਦਾਂ ਨਹੀਂ ਹੈਗਾ ਕਿ ਪਰਸਨੈਲਿਟੀ ਨੂੰ ਉਹ ਕਰਨਾ ਜਾਂ ਇੰਡੀਵਿਜੂਅਲੀ ਉਹ ਕਰਨਾ, ਪਰਸਨੈਲਿਟੀ ਟੀਚਿੰਗ ਮਤਲਬ ਇਹ ਨਹੀਂ ਹੁੰਦਾ, ਠੀਕ ਹੈ। ਤਾਂ ਇਹ ਤੁਹਾਡਾ ਆਨਸਰ ਹੈ। ਤਾਂ ਫਿਰ ਜਿਹੜਾ ਆਪਾਂ ਪਹਿਲਾਂ ਟੈਕਸਟ ਬੁੱਕ ਵਾਲਾ ਕੁਐਸਚਨ ਕਰ ਰਹੇ ਸੀ ਨਾ, ਬਿਲਕੁਲ ਠੀਕ ਹੈ, ਕਿਉਂਕਿ ਟੈਕਸਟ ਬੁੱਕ ਦਾ ਜਿਹੜਾ ਰੋਲ ਹੈ ਨਾ ਯਾਰ, ਉਹ ਬਿਲਕੁਲ ਸਿੰਪਲ ਰੋਲ ਹੈ। ਕਿਹੜਾ ਸੀ, ਆਹੀ ਸੀ ਨਾ, ਹਾਂ, ਕਿਉਂਕਿ ਦੇਖੋ देयर वन ऑफ द रिसोर्स एंड रेफरेंस मटीरियल। ਹੁਣ ਟੈਕਸਟ ਬੁੱਕ ਦਾ ਕੀ ਕੰਮ ਹੈ, ਸਿੰਪਲ ਉਹ ਰੈਫਰੈਂਸ ਮਟੀਰੀਅਲ ਹੈ, ਐਦਾਂ ਨਹੀਂ ਹੈਗਾ ਕਿ ਕੋਈ ਹੋਮੋਜੀਨਿਟੀ ਮੇਨਟੇਨ ਕਰਕੇ ਰੱਖ ਰਿਹਾ, ਟੀਚਰ ਤੇ ਪੇਰੈਂਟਸ ਨੂੰ ਗਾਈਡੈਂਸ ਦੇਣ ਵਾਲੀ ਗੱਲਬਾਤ, ਇਹ ਗੱਲਬਾਤ ਨਹੀਂ ਹੈਗੀ, ਠੀਕ ਹੈ। ਇਹ ਚੀਜ਼ ਨਹੀਂ ਹੈਗੀ ਕਿ ਐਦਾਂ ਨਹੀਂ ਹੈਗਾ ਕਿ ਸਿਰਫ ਕੰਟੈਕਸਟ ਨੂੰ ਫਿਲ ਕਰਨਾ ਹੈ ਕੁਝ ਵੀ। ਸਿੰਪਲ ਟੈਕਸਟ ਬੁੱਕ ਦਾ ਕੰਮ ਕੀ ਹੈ, ਕੋਈ ਬੁੱਕ ਹੈ ਤੁਸੀਂ ਬੁੱਕ ਪੜ੍ਹਦੇ ਹੋ, ਉਹ ਬੁੱਕ ਦਾ ਕੰਮ ਹੈ ਕਿ ਇੱਕ ਰਿਸੋਰਸ ਤੇ ਰੈਫਰੈਂਸ ਮਟੀਰੀਅਲ ਨੂੰ ਰੈਫਰ ਕਰਨ ਦੀ, ਮਤਲਬ ਪ੍ਰੋਵਾਈਡ ਕਰਦੀ ਹੈ, ਠੀਕ ਹੈ। ਤੇ ਇਹਦਾ ਜਿਹੜਾ ਆਨਸਰ ਹੋਊਗਾ ਡੀ ਹੀ ਆਊਗਾ। ਹੋਰ ਜਿਹੜੀ ਆਪਸ਼ਨ ਹੈ ਏ ਵੀ ਨਹੀਂ ਆ ਸਕਦੀ, ਬੀ ਵੀ ਨਹੀਂ ਆ ਸਕਦੀ, ਇਹਦੀ ਆਪਸ਼ਨ ਸੀ ਵੀ ਨਹੀਂ ਆ ਸਕਦੀ, ਠੀਕ ਹੈ। ਤਾਂ ਸਿੰਪਲ ਡੀ ਆਨਸਰ ਹੋਊਗਾ। ਤਾਂ ਜਿਹੜਾ ਆਪਣਾ ਅੱਜ ਦਾ ਸੈਸ਼ਨ ਹੈ
ਚੀਜ਼ ਹੋਰ ਇੱਥੇ ਐਂਡ ਕਰਦੇ ਆ, ਮੈਂ ਤੁਹਾਨੂੰ ਦੱਸਣਾ ਚਾਹੂੰਗੀ, ਦੇਖੋ ਜਦੋਂ ਤੁਸੀਂ CDP ਕਰਦੇ ਹੋ ਨਾ, ਬਹੁਤ ਸਾਰੀ ਆਪਸ਼ਨਸ ਨਾ ਤੁਹਾਨੂੰ ਇੱਦਾਂ ਲੱਗਣਗੀਆਂ ਕਿ ਹਾਂ ਸੇਮ ਨੇ, ਪਰ ਤੁਸੀਂ ਨਾ ਕਰੈਕਟ ਚੂਜ਼ ਕਰਨੀ ਹੈ ਬਿਲਕੁਲ ਜੋ ਤੁਹਾਨੂੰ ਠੀਕ ਲੱਗਦੀ ਹੈ। ਹੁਣ ਜਿਵੇਂ ਸਪੋਜ਼ ਕਰੋ ਤੁਹਾਨੂੰ 4 ਹੀ ਆਪਸ਼ਨਸ ਦਿੱਤੀਆਂ ਹੋਣਗੀਆਂ, ਠੀਕ ਹੈ। ਪਹਿਲੀ ਗੱਲ ਤਾਂ ਨਾ ਹਮੇਸ਼ਾ ਤੁਸੀਂ ਨਾ ਇੱਕ ਫੋਲੋ ਕਰੋਗੇ ਚਾਈਲਡ ਸੈਂਟਰਡ ਐਜੂਕੇਸ਼ਨ ਦੀ। ਅਗਰ ਆਪਾਂ ਗੱਲ ਕਰਦੇ ਹਾਂ, ਤੁਹਾਨੂੰ ਮੈਂ ਪਹਿਲਾਂ ਵੀ ਕਾਫੀ ਵਾਰ ਦੱਸਿਆ ਹੋਇਆ ਇਹਦੇ ਬਾਰੇ। ਚਾਈਲਡ ਸੈਂਟਰਡ ਐਜੂਕੇਸ਼ਨ ਦੀ ਹੁੰਦੀ ਟੀਚਰ ਸੈਂਟਰਡ, ਵੈਸੇ ਤਾਂ ਮੇਨ ਚਾਈਲਡ ਸੈਂਟਰਡ ਹੀ ਹੋਗੀ ਓਬਵੀਅਸਲੀ। ਚਾਈਲਡ ਸੈਂਟਰਡ ਐਜੂਕੇਸ਼ਨ ਮਤਲਬ ਹੁੰਦਾ ਹੈ ਕਿ ਉਹ ਐਜੂਕੇਸ਼ਨ ਜਿਹੜੀ ਚਾਈਲਡ ਦੇ ਅਰਾਊਂਡ ਰਿਵੋਲਵ ਕਰੇ, ਠੀਕ ਹੈ, ਘੁੰਮਦੀ ਹੈ। ਮਤਲਬ ਜਿੱਥੇ ਅਗਰ ਆਪਾਂ ਗੱਲ ਕਰੀਏ ਬੱਚਿਆਂ ਦੀ ਗੱਲ ਕਰਦੇ ਹਾਂ, ਬੱਚਿਆਂ ਦੇ ਉਹਨਾਂ ਦੀ ਉਹਨੂੰ ਨੀਡਸ ਨੂੰ ਕੈਟਰ ਕਰਨਾ, ਠੀਕ ਹੈ, ਜਾਂ ਫਿਰ ਅਗਰ ਕਹਿ ਲਈਏ ਨੋਟ ਕੈਟਰ ਕਿ ਉਹਨਾਂ ਦੀ ਨੀਡਸ ਨੂੰ ਫੁਲਫਿਲ ਕਰਨਾ, ਠੀਕ ਹੈ। ਜਿਹੜੀ ਚੀਜ਼ ਉਹਨਾਂ ਨੂੰ ਨਹੀਂ ਸਮਝ ਆ ਰਹੀ, ਇੱਕ ਟੀਚਰ ਆਪਣਾ ਮੈਥਡ ਵੀ ਬਦਲ ਲੈਂਦਾ ਟੀਚਿੰਗ ਏਡਸ ਬੱਚਿਆਂ ਦੇ ਕਰਕੇ, ਹੈ ਨਾ, ਮਤਲਬ ਸਭ ਨੂੰ ਇਕੁਅਲੀ ਸਮਝ ਆਵੇ। ਤਾਂ ਜਿੱਥੇ ਬੱਚਾ ਐਕਟਿਵ ਹੈ ਨਾ, ਠੀਕ ਹੈ, ਜਿੱਥੇ ਬੱਚਾ ਕੀ ਹੈ ਐਕਟਿਵ ਹੈ, ਉਹ ਆਪਸ਼ਨ ਬਿਲਕੁਲ ਠੀਕ ਹੋਊਗੀ, ਠੀਕ ਹੈ। ਜੇ ਤੁਹਾਨੂੰ ਲੱਗ ਰਿਹਾ ਬੱਚਾ ਐਕਟਿਵਲੀ ਪਾਰਟੀਸਿਪੇਟ ਕਰ ਰਿਹਾ, ਠੀਕ ਹੈ, ਜਿਹੜੇ ਨੈਗੇਟਿਵ ਵਰਡਸ ਨੇ ਉਹ ਤੋਂ ਅਗਰ ਗੱਲ ਕਰਦੇ ਹਾਂ, ਹੁਣ ਇੱਕ ਕੁਐਸਚਨ 'ਤੇ ਵੀ ਡਿਪੈਂਡ ਕਰਦਾ ਯਾਰ, ਠੀਕ ਹੈ। ਚਾਈਲਡ ਸੈਂਟਰਡ ਐਜੂਕੇਸ਼ਨ ਨੂੰ ਕਰਦੇ ਹਾਂ, ਪਰ ਕੁਐਸਚਨ 'ਤੇ ਡਿਪੈਂਡ ਕਰਦਾ। ਅਗਰ ਕੁਐਸਚਨ ਹੀ ਟੀਚਰ ਦਾ ਪੁੱਛਿਆ ਹੋਵੇ, ਅਗਰ ਪੁੱਛਿਆ ਹੋਵੇ ਕਿਹੜੀ ਆਪਸ਼ਨ 'ਚ, ਵੈਸੇ ਤਾਂ ਇੱਦਾਂ ਬਹੁਤ ਘੱਟ ਕੁਐਸਚਨ ਹੁੰਦੇ ਨੇ, ਬਟ ਕੁਐਸਚਨ ਤਾਂ ਕੁਐਸਚਨ ਹੈ ਨਾ, ਕੁਛ ਵੀ ਪੁੱਛ ਸਕਦੇ ਨੇ, ਕਿਹੜੀ ਆਪਸ਼ਨ 'ਚ ਟੀਚਰ ਐਕਟਿਵ ਲੱਗ ਰਿਹਾ, ਟੀਚਰ ਦੀ ਗੱਲ ਹੋ ਰਹੀ ਹੈ ਇੱਥੇ, ਠੀਕ ਹੈ। ਤਾਂ ਉਹ ਚੀਜ਼ ਤਾਂ ਟੀਚਰ ਨੂੰ ਹੀ ਸਪੋਰਟ ਕਰੂਗੀ ਨਾ, ਜਿੱਥੇ ਟੀਚਰ ਐਕਟਿਵ ਹੋਵੇ। ਉੱਥੇ ਤੁਸੀਂ ਥੋੜੀ ਚਿਲਡਰਨ ਮਤਲਬ ਚਾਈਲਡ ਦੀ ਗੱਲ ਕਰ ਸਕਦੇ ਹੋ ਕਿ ਨਹੀਂ, ਕਿ ਚਾਈਲਡ ਐਕਟਿਵ ਹੈ ਜਾਂ ਕੁਝ ਵੀ, ਹੈ ਨਾ, ਤਾਂ ਉੱਥੇ ਤਾਂ ਟੀਚਰ ਦੀ ਗੱਲ ਹੀ ਕਰੋਗੇ। ਤਾਂ ਫਿਰ ਬਸ ਉਹੀ ਚੀਜ਼ ਹੈ। ਵੈਸੇ ਆਪਾਂ ਜ਼ਿਆਦਾਤਰ 80 to 90% ਕੇਸਿਸ ਦੇ ਵਿੱਚ ਬੱਚੇ ਨੂੰ ਸਪੋਰਟ ਕਰਨਾ, ਬਸ ਕੁਐਸਚਨ ਪੜ੍ਹਿਓ ਧਿਆਨ ਨਾਲ, ਠੀਕ ਹੈ। ਕਿਉਂਕਿ ਹੁੰਦਾ ਦੋ ਆਪਸ਼ਨ ਦੇ ਵਿੱਚ ਆਪਾਂ ਕਨਫਿਊਜ਼ ਹੋ ਜਾਂਦੇ ਨੇ, ਡਾਇਲੇਮਾ ਆ ਜਾਂਦਾ ਇੱਕ, ਕਿ ਇਹ ਆਪਸ਼ਨ ਚੂਜ਼ ਕਰਨੀ ਹੈ, ਉਹ ਕਰਨੀ ਹੈ, ਜਿਹੜੀ ਤੁਹਾਨੂੰ ਬਿਲਕੁਲ ਠੀਕ ਲੱਗ ਰਹੀ ਹੈ, ਜਾਇਜ਼ ਹੈ, ਜੈਨੂਇਨ ਆਪਸ਼ਨ ਹੈ, ਉਹਨੂੰ ਹੀ ਟਿਕ ਕਰਿਓ। ਬਾਕੀ ਜਿੰਨੇ ਵੀ ਨੈਗੇਟਿਵ ਪੁਆਇੰਟ ਨੇ ਨਾ, ਲੇਬਲਿੰਗ ਮੈਂ ਇੱਕ ਵਾਰ ਲਿਖ ਰਹੀ ਹਾਂ ਇੱਥੇ, ਠੀਕ ਹੈ, ਸੈਗਰੀਗੇਸ਼ਨ, ਰੈਂਕਿੰਗ, ਨੋਟ ਕਰਨੇ ਨਹੀਂ, ਕਰ ਵੀ ਸਕਦੇ ਹੋ, ਮਤਲਬ ਇੱਕ ਗੱਲ ਹੈ ਕਿ ਜ਼ਿਆਦਾਤਰ ਹੀ ਵਰਡਸ ਨਾ ਰੋਟ ਮੈਮੋਰਾਈਜੇਸ਼ਨ, ਠੀਕ ਹੈ। ਹੋਰ ਤੁਹਾਡਾ ਕੀ ਹੋ ਗਿਆ, ਗਰੁੱਪਿੰਗ, ਲੇਬਲਿੰਗ, ਸੈਗਰੀਗੇਸ਼ਨ, ਗਰੁੱਪਿੰਗ, ਰੈਂਕਿੰਗ, ਰੋਟ ਮੈਮੋਰਾਈਜੇਸ਼ਨ, ਹੋਰ ਵੀ ਨੇ, ਠੀਕ ਹੈ। ਇਹ ਬਹੁਤ ਸਾਰੇ ਆਪਾਂ ਕਹਿ ਸਕਦੇ ਨੈਗੇਟਿਵ ਕੀਵਰਡਸ ਨੇ ਜਿਨ੍ਹਾਂ ਤੋਂ ਆਪਾਂ ਬਚਣਾ ਹੁੰਦਾ, ਠੀਕ ਹੈ। ਹਾਂ, ਪਰ ਜਿੱਥੇ ਆਪਸ਼ਨ 'ਚ ਲਿਖਿਆ ਹੋਵੇ ਨੋਟ ਸਹੀ ਨਹੀਂ ਹੈਗਾ, ਉੱਥੇ ਵੀ ਤਾਂ ਇਹ ਚੀਜ਼ ਸਹੀ ਹੋ ਸਕਦੀ ਹੈ, ਕਿਉਂਕਿ ਜਿਹੜੀ ਜਿੱਥੇ ਪੁੱਛੇ ਗਲਤ ਹੋਵੇ, ਪੁੱਛਿਆ ਹੋਵੇ ਕਿ ਇਹ ਆਪਸ਼ਨ ਕਰੈਕਟ ਨਹੀਂ ਹੈ, ਉੱਥੇ ਲਿਖਿਆ ਹੋਵੇ ਲੇਬਲਿੰਗ, ਫਿਰ ਤਾਂ ਉਹਨੂੰ ਟਿਕ ਕਰੋਗੇ ਨਾ ਯਾਰ, ਕਿਉਂਕਿ ਪੁੱਛੇ ਗਲਤ ਹੈ, ਗਲਤ ਪੁੱਛੇ ਤਾਂ ਉਹਨੂੰ ਟਿਕ ਕਰ ਦਿਓ। ਪੁੱਛੀ ਜਿਹੜੀ ਚੀਜ਼ ਉਹੀ ਦੱਸੋਗੇ ਨਾ ਤੁਸੀਂ। ਬਸ ਉਹੀ ਚੀਜ਼ ਹੈ ਕਿ ਥੋੜਾ ਥਿਓਰੀਜ਼ ਵਗੈਰਾ ਤੇ ਆਪਣਾ ਜ਼ਿਆਦਾ ਫੋਕਸ ਰਹੂਗਾ, ਪਲੱਸ ਇਹ ਅੱਜ ਦੇ ਜਿਹੜੇ ਕੁਐਸਚਨ ਸੀਗੇ, ਠੀਕ ਹੈ, ਆਈ ਹੋਪ ਤੁਹਾਨੂੰ ਵਧੀਆ ਲੱਗੇ ਹੋਣਗੇ। ਇਨਕਲੂਸਿਵ ਐਜੂਕੇਸ਼ਨ ਤੇ ਜ਼ਿਆਦਾ ਸੀ, ਕਿਉਂਕਿ ਕੁਝ ਇੱਦਾਂ ਦੇ ਟੌਪਿਕਸ ਨੇ, ਇਨਕਲੂਸਿਵ ਐਜੂਕੇਸ਼ਨ ਹੋ ਗਿਆ, NCF ਹੋ ਗਿਆ, ਮੈਂ ਇੱਥੇ ਲਿਖਦਾ ਅਗਰ ਇਨਕਲੂਸਿਵ ਐਜੂਕੇਸ਼ਨ ਹੋ ਗਿਆ, ਠੀਕ ਹੈ, NCF 2005, ਨੈਸ਼ਨਲ ਕਰਿਕੂਲਮ ਫਰੇਮਵਰਕ, ਰਾਈਟ ਟੂ ਐਜੂਕੇਸ਼ਨ, ਠੀਕ ਹੈ, ਨੈਸ਼ਨਲ ਐਜੂਕੇਸ਼ਨ ਪੋਲਿਸੀ 2020। ਇਹ ਤਾਂ ਇੱਦਾਂ ਦੇ ਟੌਪਿਕਸ ਨੇ PS ਟੈਟ ਤੋਂ ਇਲਾਵਾ ਵੀ ਜਿੰਨੇ ਵੀ ਟੀਚਿੰਗ ਦੇ ਐਗਜ਼ਾਮ ਹੁੰਦੇ ਨੇ ਨਾ, ਤਾਂ ਪੁੱਛੇ ਜਾਂਦੇ ਨੇ। ਗੱਲ ਅਗਰ ਕਰਨ ਚਾਹੀਏ ਇੱਕ ਕਿ ਟੀਚਿੰਗ ਐਗਜ਼ਾਮਸ ਦੇ ਵਿੱਚ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ ਟੌਪਿਕ ਰੈਗੂਲਰਲੀ, ਠੀਕ ਹੈ। ਤਾਂ ਫਿਰ ਪੜ੍ਹਾਈ ਦੇ ਨਾਲ ਨਾਲ ਪ੍ਰੀਵੀਅਸ ਈਅਰ ਵੀ ਦੇਖਦੇ ਰਿਹਾ ਕਰੋ। ਵੈਸੇ ਤਾਂ ਓਬਵੀਅਸਲੀ ਆਪਾਂ ਕਲਾਸ ਦੇ ਵਿੱਚ ਦੋਨੋਂ ਹੀ ਮਿਕਸ ਲੈ ਕੇ ਆਉਂਦੀ ਹਾਂ, ਮੈਂ ਪ੍ਰੀਵੀਅਸ ਈਅਰ ਵੀ ਲੈ ਕੇ ਆਉਂਦੀ ਹਾਂ, ਪਲੱਸ ਸਾਈਡ ਬਾਈ ਸਾਈਡ ਐਕਸਪੈਕਟਡ ਕੁਐਸਚਨਸ ਵੀ। ਤਾਂ ਫਿਰ ਆਈ ਹੋਪ ਯੂ ਆਲ ਇੰਜੋਏ ਟੂਡੇ ਸੈਸ਼ਨ। ਤਾਂ ਫਿਰ ਆਪਾਂ ਅੱਜ ਦਾ ਜਿਹੜਾ ਸੈਸ਼ਨ ਇਹਨੂੰ ਐਂਡ ਕਰਦੇ ਹਾਂ। ਆਈ ਹੋਪ ਤੁਹਾਨੂੰ ਸੈਸ਼ਨ ਬਹੁਤ ਵਧੀਆ ਲੱਗਿਆ ਹੋਊਗਾ। ਥੈਂਕ ਯੂ ਸੋ ਮਚ, ਠੀਕ ਹੈ, ਬਾਏ ਬਾਏ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਅਗਲੀ ਵਾਰ ਆਪਾਂ ਮਿਲਦੇ ਹਾਂ। ਟੇਕ ਕੇਅਰ।